ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ PSSB ਨੇ ਜੋ 2021 ਦੇ ਵਿੱਚ ਐਗਜ਼ਾਮ ਜਿੰਨੇ ਵੀ ਲਏ ਸੀ, ਆਪਾਂ PSSB ਦੀ PYQ ਸੀਰੀਜ਼ ਸਟਾਰਟ ਕੀਤੀ ਹੋਈ ਆ, ਜਿਹੜੀ ਕਿ ਆਪਾਂ ਇੱਕ ਮੌਕ ਟੈਸਟ ਵਜੋਂ ਕਰ ਰਹੇ ਹਾਂ, ਜਿਹਦੇ ਨਾਲ ਕਿ ਜੋ ਸਟੂਡੈਂਟ ਆਪਣੇ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਨੇ 1 ਸਾਲ 2 ਸਾਲ 3 ਸਾਲ ਹੋ ਗਏ, ਉਹਨਾਂ ਲਈ ਇੱਕ ਮੌਕ ਟੈਸਟ ਵਜੋਂ ਹੋ ਜਾਏਗਾ। ਤੇ ਜਿਹੜੇ ਸਟੂਡੈਂਟ ਹੁਣ ਨਵੇਂ ਤਿਆਰੀ ਕਰਨ ਲੱਗੇ ਨੇ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਜਿੰਨੇ % ਵੀ ਸਿਲੇਬਸ ਕੀਤਾ ਵਾ ਉਹਦੇ ਵਿੱਚੋਂ ਕਿੰਨੇ ਕੁਐਸਚਨ ਸਾਡੇ ਸੋਲਵ ਹੋ ਰਹੇ ਨੇ, ਜੋ ਕਿ ਪ੍ਰੀਵੀਅਸ ਈਅਰ PSSB ਦੇ ਪੇਪਰਾਂ ਦੇ ਵਿੱਚ ਆਏ ਨੇ। ਠੀਕ ਆ ਜੀ। ਸੋ ਇਹਦੇ ਆਪਾਂ ਪਹਿਲੇ ਨੰਬਰ ਪੇਪਰ 1 ਨੰਬਰ ਪੇਪਰ ਆਪਾਂ ਪਹਿਲਾਂ ਕਰਤਾ ਸੀ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਦਾ, ਜੋ ਕਿ 2021 ਦੇ ਸਟਾਰਟਿੰਗ ਦੇ ਵਿੱਚ ਹੋਇਆ ਸੀ। ਅੱਜ ਆਪਾਂ ਵੈਸੇ ਤਾਂ ਆਪਾਂ ਸਿਸਟਮੈਟਿਕ ਵਾਈਜ਼ ਹੀ ਕਰਨੇ ਸੀ, ਸੋ ਮੈਂ ਕਲਰਕ ਦੇ ਪੇਪਰ ਪਹਿਲਾਂ ਕਰਵਾ ਰਿਹਾ, ਕਿਉਂਕਿ ਕਲਰਕ ਦਾ ਪੇਪਰ ਦੇ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਆਈਡੀਆ ਮਿਲ ਜਾਏਗਾ ਕਿ ਇਹਦੇ ਵਿੱਚ 20 ਨੰਬਰ ਦੀ ਆਈ ਸੀ ਆਪਣੀ ਜੀਕੇ, ਟੋਟਲ ਜੀਕੇ। ਠੀਕ ਆ, ਜਿਹਦੇ ਵਿੱਚ ਕਿ ਮਾਡਰਨ ਹਿਸਟਰੀ, ਪੋਲਿਟੀ ਦੇ ਕੁਝ ਕੁਐਸਚਨ ਸੀ, ਜ਼ਿਆਦਾ ਕੁਐਸਚਨ ਇਹਨਾਂ ਨੇ ਇਹਦੇ ਵਿੱਚ ਸਟੈਟਿਕ ਜੀਕੇ ਪੁੱਛੇ ਹੋਏ ਸੀ। ਠੀਕ ਆ, ਸੋ ਕੁਝ ਕੁਐਸਚਨ ਇਹਨਾਂ ਨੇ ਕਰੰਟ ਅਫੇਅਰ ਦੇ ਵੀ ਪਾਏ ਹੋਏ ਸੀਗੇ। ਸੋ ਬਾਕੀ ਦੇ 20 ਦੇ ਵਿੱਚ ਇਹਨਾਂ ਨੇ ਸਾਰਾ ਦਾ ਸਾਰਾ ਪੰਜਾਬ ਜੀਕੇ ਪੁੱਛਿਆ ਸੀ। ਠੀਕ ਹੈ, ਪੰਜਾਬ ਜੀਕੇ ਦੇ ਵਿੱਚ ਵੀ ਇਹਨਾਂ ਨੇ ਸਾਰਾ ਕੁਝ ਹੀ ਮਿਕਸ ਕੀਤਾ ਹੋਇਆ ਸੀ, ਨਾਲ ਹਿਸਟਰੀ ਤੋਂ ਸਾਰਾ ਕੁਝ। ਜਿਵੇਂ ਜਿਵੇਂ ਤੁਸੀਂ ਕੁਐਸਚਨ ਕਰੋਗੇ ਤੁਹਾਨੂੰ ਪਤਾ ਲੱਗੀ ਜਾਏਗਾ। ਇਹਨੂੰ ਇੱਕ ਮੌਕ ਟੈਸਟ ਵਜੋਂ ਲੈਣਾ ਵਾ ਤੁਸੀਂ। ਠੀਕ ਆ, ਸੋ ਆਪਾਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗੇ, ਇਹਦੇ ਵਿੱਚ ਸਿਰਫ ਉਹੀ ਕੁਐਸਚਨ ਐਕਸਪਲੇਨ ਕਰਾਂਗੇ ਜਿਹੜਾ ਕਿ ਆਪਾਂ ਨੂੰ ਕਰਨਾ ਚਾਹੀਦਾ ਵਾ। ਸੋ ਐਕਸਪਲੇਨੇਸ਼ਨ ਦੇ ਨਾਲ ਆਪਾਂ ਥਿਊਰੀ ਪੂਰੀ ਕਰ ਰਹੇ ਹਾਂ। ਪੰਜਾਬ ਜੀਕੇ ਕਰ ਰਹੇ ਹਾਂ, ਪੋਲਿਟੀ ਕਰ ਰਹੇ ਹਾਂ, ਮਾਡਰਨ ਹਿਸਟਰੀ ਦੀਆਂ ਕਲਾਸਾਂ ਚੱਲ ਰਹੀਆਂ ਨੇ, ਸਟੈਟਿਕ ਜੀਕੇ ਦੀਆਂ ਕਲਾਸਾਂ ਆਪਣੀਆਂ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਣੀਆਂ ਨੇ। ਠੀਕ ਹੈ ਜੀ। ਸੋ ਸਾਰੀ ਦੀ ਸਾਰੀ ਜੀਕੇ ਦੀ ਤਿਆਰੀ ਆਪਾਂ ਤੁਹਾਨੂੰ ਫ੍ਰੀ ਆਫ ਕਾਸਟ ਕਰਾ ਰਹੇ ਹਾਂ, ਵਿਦ PDF ਆਪਾਂ ਟੈਲੀਗ੍ਰਾਮ ਦੇ ਉੱਤੇ ਦੇ ਰਹੇ ਹਾਂ, ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ। ਹੁਣ ਸ਼ੁਰੂ ਕਰਦੇ ਹਾਂ ਜੀ ਆਪਣਾ ਇਹ PSSB ਕਲਰਕ ਦਾ ਪੇਪਰ ਆ ਜੀ। ਮਾਰਨਿੰਗ ਸ਼ਿਫਟ ਹੋਈ ਸੀ, ਜਿਹੜੀ 2 ਸ਼ਿਫਟਾਂ ਦੇ ਵਿੱਚ ਹੋਇਆ ਸੀ। ਇਹ ਮਾਰਨਿੰਗ ਸ਼ਿਫਟ ਹੋਈ ਸੀ 12 ਦਸੰਬਰ 2021 ਨੂੰ, ਉਹਦਾ ਆਪਣਾ ਪੇਪਰ ਆ। ਠੀਕ ਆ ਜੀ। ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਦਾ ਕਿ ਪਹਿਲਾ ਕੁਐਸਚਨ ਕਿਹੜਾ ਆਇਆ ਸੀ। ਦੇਖੋ ਜੀ, ਇਹਦੇ ਵਿੱਚ ਨਾ ਥੋੜਾ ਜਿਹਾ ਇਹਨਾਂ ਨੇ ਸੂਫੀਜ਼ਮ ਜ਼ਿਆਦਾ ਪਾਇਆ ਹੋਇਆ ਸੀ ਪੰਜਾਬ ਜੀਕੇ ਦੇ ਵਿੱਚ। ਕੁਝ ਕੁਐਸਚਨ ਮੈਂ ਦੇਖੇ ਸੀਗੇ ਸੂਫੀਜ਼ਮ ਦੇ ਜ਼ਿਆਦਾ ਪੁੱਛੇ ਗਏ ਸੀ, ਸੋ ਉਹ ਆਪਾਂ ਨੂੰ ਅਲੱਗ ਤੋਂ ਟੌਪਿਕ ਕਰਨਾ ਪੈਣਾ ਸੂਫੀਜ਼ਮ, ਕਿਉਂਕਿ ਪਹਿਲਾਂ ਜ਼ਿਆਦਾ ਨਹੀਂ ਪੁੱਛਦਾ ਸੀ। ਇਸ ਤੋਂ ਪਹਿਲਾਂ ਵੀ ਜਿਹੜੇ ਪੇਪਰ ਹੋਏ ਸੀ ਉਹਦੇ ਵਿੱਚ ਸੂਫੀਜ਼ਮ ਜ਼ਿਆਦਾ ਨਹੀਂ ਪੁੱਛਿਆ ਸੀ, ਪਰ ਇਸ ਵਾਰ PSSB ਕਲਰਕ ਦੇ ਪੇਪਰ ਦੇ ਵਿੱਚ ਥੋੜਾ ਜਿਹਾ ਸੂਫੀਜ਼ਮ ਜ਼ਿਆਦਾ ਪੁੱਛ ਲਿਆ ਸੀ ਇਹਨਾਂ ਨੇ। ਸੋ ਆਪਾਂ ਥੋੜਾ ਜਿਹਾ ਇੱਕ ਅਲੱਗ ਤੋਂ ਕਲਾਸ ਸੂਫੀਜ਼ਮ ਤੇ ਲੈ ਆਵਾਂਗੇ, ਜਿਹਦੇ ਨਾਲ ਕਿ ਆਪਣਾ ਕਲੀਅਰ ਹੋ ਜਾਏਗਾ। ਸੋ ਪੰਜਾਬ ਜੀਕੇ ਦੀਆਂ 10 ਕਲਾਸਾਂ ਤਾਂ ਵੈਸੇ ਆਪਣੀਆਂ ਹੋ ਚੁੱਕੀਆਂ ਨੇ, ਤੋਂ 5-7 ਕਲਾਸਾਂ ਦੇ ਵਿੱਚ ਆਪਾਂ ਪੂਰਾ ਫਿਨਿਸ਼ ਕਰ ਦੇਵਾਂਗੇ। ਹੁਣ ਸ਼ੁਰੂ ਕਰਦੇ ਹਾਂ ਜੀ ਆਪਣਾ। ਦੇਖੋ ਜੀ, ਸੂਫੀਜ਼ਮ ਦੇ ਉੱਤੇ ਇਹਨਾਂ ਨੇ ਪੁੱਛਿਆ ਇੱਕ ਕਿ ਵਿਚ ਆਫ ਦਾ ਫੋਲੋਇੰਗ ਭਗਤੀ, ਪੰਜਾਬੀ ਚ ਕਰਦੇ ਹਾਂ ਜੀ ਆਪਾਂ, ਇਹਨਾਂ ਵਿੱਚੋਂ ਕਿਹੜੀ ਭਗਤੀ ਸੰਤਾਂ ਦੀ ਕਵਿਤਾ ਸੁਰ ਸਾਗਰ, ਸਾਹਿਤ ਰਤਨ ਅਤੇ ਸੁਰ ਸੁਰਵਾਲੀ ਵਿੱਚ ਸੰਕਲਿਤ ਹੈ? ਕਬੀਰਦਾਸ, ਕਾਲੀਦਾਸ, ਸੂਰਦਾਸ ਜਾਂ ਤੁਲਸੀਦਾਸ? ਸੋ ਜਿਹਨੇ ਤਾਂ ਪਹਿਲਾਂ ਪੇਪਰ ਇਹ ਐਨਾਲਾਈਜ਼ ਕੀਤਾ ਹੋਏਗਾ ਉਹਨੂੰ ਤਾਂ ਇਹ ਆਉਂਦਾ ਹੋਏਗਾ, ਜਾਂ ਜਿਹਨੇ ਪਹਿਲਾਂ ਤੋਂ ਸੂਫੀਜ਼ਮ ਸਬਜੈਕਟ ਪੜ੍ਹਿਆ ਵਾ। ਠੀਕ ਹੈ ਜੀ। ਸੋ ਇਹਦੇ ਵਿੱਚ ਆਪਣਾ ਬਿਲਕੁਲ ਸਹੀ ਚਲਾ ਜਾਊਗਾ ਜੀ ਸੂਰਦਾਸ। ਠੀਕ ਆ, B ਆਪਣੀ ਆਪਸ਼ਨ ਬਿਲਕੁਲ ਸਹੀ ਜਾ ਰਹੀ ਆ। ਅਗਲੇ ਕੁਐਸਚਨ ਤੇ ਜਾਂਦੇ ਆ। ਅਗਲੇ ਕੁਐਸਚਨ ਦੇ ਉੱਤੇ ਇਹਨਾਂ ਨੇ ਪੁੱਛਿਆ ਜੀ ਆਸਾ ਦੀ ਵਾਰ, ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਹੁੰਦੀਆਂ ਨੇ? 19 ਪੌੜੀਆਂ ਨੇ, 24 ਨੇ, 30 ਨੇ ਜਾਂ 32 ਨੇ? ਇਹ ਦੱਸਣਾ ਮੈਂ ਜੀ ਤੁਸੀਂ ਹੁਣ। ਸੋ ਆਪਾਂ ਤੁਹਾਨੂੰ 5 ਤੋਂ 10 ਸੈਕਿੰਡ ਦਾ ਟਾਈਮ ਦੇਵਾਂਗੇ, ਸੋ ਜ਼ਿਆਦਾ ਟਾਈਮ ਨਹੀਂ ਦੇਵਾਂਗੇ, ਕਿਉਂਕਿ ਨਹੀਂ ਫਿਰ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਏਗੀ। ਸੋ ਆਪਾਂ ਜਸਟ ਇੱਕ ਮੌਕ ਟੈਸਟ ਵਜੋਂ ਕਰ ਰਹੇ ਹਾਂ। ਬਿਲਕੁਲ ਸਹੀ ਜੀ, ਇਹਦਾ ਆਨਸਰ ਬਣਦਾ 24 ਪੌੜੀਆਂ ਨੇ। ਠੀਕ ਹੈ ਜੀ, ਆਸਾ ਦੀ ਵਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਨੈਕਸਟ ਆ ਗਿਆ ਜੀ ਸਾਡੇ ਕੋਲੇ ਕੁਐਸਚਨ 66 ਨੰਬਰ ਕੁਐਸਚਨ, ਤੇ ਇਹਦੇ ਵਿੱਚ ਲਿਖਿਆ ਹੋਇਆ ਕਹਿੰਦਾ ਜੀ ਜਿਹੜਾ ਕਿਹੜੇ ਹੈਮੀਸਫੇਅਰ ਦੇ ਵਿੱਚ ਇੰਡੀਆ ਲਾਈ ਕਰਦਾ, ਮਤਲਬ ਗੋਲਾਕਾਰ ਦਾਇਰੇ ਦੇ ਵਿੱਚ ਜਿਹੜਾ ਭਾਰਤ ਕਿਸ ਸਥਿਤੀ ਦੇ ਵਿੱਚ ਹੈਗਾ ਵਾ ਇਸ ਟਾਈਮ ਦੇ ਉੱਤੇ? ਸੋ ਦੱਖਣੀ ਅਤੇ ਪੂਰਬੀ, ਉੱਤਰ ਪੱਛਮੀ, ਉੱਤਰ ਪੂਰਬੀ ਜਾਂ ਦੱਖਣੀ ਅਤੇ ਪੱਛਮੀ? ਠੀਕ ਹੈ ਜੀ। ਸੋ ਦੇਖੋ ਜੀ, ਤੁਸੀਂ ਇੰਗਲਿਸ਼ ਦੇ ਵਿੱਚ ਵੀ ਨਾਲ ਦਿੱਤਾ ਹੋਇਆ ਤੇ ਪੰਜਾਬੀ ਦੇ ਵਿੱਚ ਵੀ। ਸੋ ਜਿਹਨੇ ਪਹਿਲਾਂ ਇਹ ਆਪਣਾ ਜੋਗਰਾਫੀਕਲ ਦਾ ਕੁਐਸਚਨ ਆ ਗਿਆ, ਸਟੈਟਿਕ ਜੀਕੇ ਦੇ ਵਿੱਚ ਵੀ ਕਵਰ ਹੋ ਜਾਏਗਾ ਇਹ ਆਪਣਾ। ਸੋ ਇਹ ਆਪਣਾ ਜੇ ਸਟੈਟਿਕ ਜੀਕੇ ਰਹਿੰਦਾ ਤੇ ਜੋਗਰਾਫੀ ਵੀ ਰਹਿੰਦਾ ਤਾਂ ਉਹਦੇ ਵਿੱਚ ਆਪਣੇ ਸਾਰੇ ਕੁਐਸਚਨ ਇਹ ਕਵਰ ਹੋਣਗੇ। ਆਪਣਾ ਕੋਈ ਵੀ ਕੁਐਸਚਨ ਬਾਹਰੋਂ ਨਹੀਂ ਹੋਏਗਾ। ਠੀਕ ਹੈ ਜੀ, ਜਦੋਂ ਆਪਣਾ ਸਿਲੇਬਸ ਕੰਪਲੀਟ ਹੋ ਜਾਏਗਾ, ਤੁਸੀਂ ਖੁਦ ਦੇਖੋਗੇ। ਦੇਖੋ ਜੀ, ਇਹ ਹੈਗਾ ਜੀ ਆਪਣਾ ਹੈਮੀਸਫੇਅਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਦਾ 66 ਨੰਬਰ ਕੁਐਸਚਨ ਦਾ ਆਪਣਾ C ਆਨਸਰ ਬਿਲਕੁਲ ਸਹੀ ਜਾਂਦਾ। ਨਾਰਥਨ ਤੇ ਈਸਟਰਨ ਪਾਰਟ ਦੇ ਵਿੱਚ ਮੌਜੂਦ ਆ। ਠੀਕ ਆ ਜੀ, ਨਾਰਥਨ ਤੇ ਈਸਟਰਨ, ਉੱਤਰੀ ਅਤੇ ਪੂਰਬੀ ਭਾਗ ਦੇ ਵਿੱਚ। ਹੁਣ ਇੱਕ ਕੁਐਸਚਨ ਹੋਰ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ, ਉਹ ਪੁੱਛਣਗੇ ਤੁਹਾਨੂੰ ਕਿ ਪੰਜਾਬ ਆ ਜਿਹੜਾ ਇੰਡੀਆ ਦੇ ਕਿਹੜੇ ਹਿੱਸੇ 'ਚ, ਜਿਵੇਂ ਇਹ ਤਾਂ ਇਹਨਾਂ ਨੇ ਹੈਮੀਸਫੇਅਰ ਦੇ ਵਾਈਜ਼ ਪੁੱਛ ਲਿਆ, ਹੁਣ ਉਹ ਤੁਹਾਨੂੰ ਪੰਜਾਬ ਬਾਰੇ ਵੀ ਪੁੱਛਣਗੇ ਕਿ ਪੰਜਾਬ ਕਿਹੜੇ ਹੈਮੀਸਫੇਅਰ ਦੇ ਵਿੱਚ ਪੰਜਾਬ ਇੰਡੀਆ ਦੇ ਕਿਹੜੇ ਭਾਗ ਦੇ ਵਿੱਚ ਸਥਿਤ ਆ।
ਸੋ ਉਹਦੇ ਵਿੱਚ ਉਹਦਾ ਤੁਹਾਡਾ ਸਹੀ ਆਨਸਰ ਕੀ ਬਣੇਗਾ? ਸੋ ਤੁਸੀਂ ਸੋਚ ਲੈਣਾ ਵਾ। ਸੋ ਕਮੈਂਟ ਬਾਕਸ ਚਲੋ ਮੈਂ ਦੱਸ ਦਿੰਦਾ ਮੈਂ ਤੁਹਾਨੂੰ, ਇਹ ਬਣਦਾ ਵਾ ਨਾਰਥਰਨ ਵੈਸਟਰਨ ਦੇ, ਠੀਕ ਆ, ਨਾਰਥ ਵੈਸਟਰਨ ਭਾਗ ਦੇ ਵਿੱਚ ਪੰਜਾਬ ਜਿਹੜਾ ਵਾ ਭਾਰਤ ਦੇ ਵਿੱਚ ਪੈਂਦਾ ਵਾ, ਠੀਕ ਆ। ਸੋ ਪੇਪਰ 'ਚ ਕੁਐਸਚਨ ਆ ਸਕਦਾ ਬਈ, ਸਾਰੇ ਕੁਐਸਚਨ ਇਹ ਆਪਣਾ ਕੁਐਸਚਨ ਕੀਤਾ ਹੋਇਆ ਵਾ, ਠੀਕ ਆ, ਪੰਜਾਬ ਜੀਕੇ 'ਚ ਆਪਣਾ ਕਵਰ ਕੀਤਾ ਹੋਇਆ ਕਿ ਪੰਜਾਬ ਭਾਰਤ ਦੇ ਕਿਹੜੇ ਹਿੱਸੇ 'ਚ ਆ। ਪੰਜਾਬ ਦਾ ਭੂਗੋਲ ਦੀ ਤੁਸੀਂ ਜਾਓਗੇ 1 ਨੰਬਰ ਜਾਂ 2 ਨੰਬਰ ਕਲਾਸ ਦੇ ਵਿੱਚ ਤੁਹਾਨੂੰ ਇਹ ਸਾਰਾ ਮਿਲ ਜਾਏਗਾ, ਠੀਕ ਆ। ਇਹ ਕੁਐਸਚਨ ਕਵਰ ਕੀਤਾ ਹੋਇਆ ਆਪਣਾ। ਇੱਕ ਜੀ ਕਰੰਟ ਅਫੇਅਰ ਦਾ ਕੁਐਸਚਨ ਆਇਆ ਹੋਇਆ ਵਾ ਕਿ ਹੇਠ ਲਿਖਿਆਂ ਵਿੱਚੋਂ ਕਿਹਨੇ 2018 ਚ AIBA ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ, ਠੀਕ ਆ ਜੀ, ਕਾਂਸੀ ਦਾ ਤਗਮਾ ਕਿਹਨੇ ਜਿੱਤਿਆ? ਕਾਂਸੀ ਕਹਿੰਦੇ ਆ ਜੀ ਬ੍ਰੋਂਜ਼ ਮੈਡਲ ਨੂੰ। ਬ੍ਰੋਂਜ਼ ਮੈਡਲ ਕਿਹਨੇ ਜਿੱਤਿਆ ਸੀ? ਹਰਵੰਤ ਕੌਰ, ਸਿਮਰਨਜੀਤ ਕੌਰ, ਸੁਨੀਤਾ ਰਾਣੀ ਜਾਂ ਕਿਰਨ ਬੇਦੀ। ਸੋ ਇਹ ਕੁਐਸਚਨ ਥੋੜਾ ਜਿਹਾ ਪੁਰਾਣਾ ਜ਼ਰੂਰ ਉਹਨਾਂ ਨੇ ਪੁੱਛਿਆ ਸੀ, ਪਰ ਇਹ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ ਇਹਦੇ ਵਿੱਚ ਸਿਮਰਨਜੀਤ ਕੌਰ ਸੀ ਜਿਹੜੀ ਬਾਕਸਿੰਗ ਦੇ ਵਿੱਚ ਜਿਹਨੇ ਕਿ ਬ੍ਰੋਂਜ਼ ਮੈਡਲ ਜਿੱਤਿਆ ਸੀ, ਠੀਕ ਆ ਜੀ। ਸੋ ਇਹ ਆਪਣੇ ਟੋਕੀਓ ਓਲੰਪਿਕ ਜਿਹੜੇ ਹੋਏ ਸੀ 2020 ਦੇ ਵਿੱਚ, ਉਹਦੇ ਵਿੱਚ ਵੀ ਇਹਨਾਂ ਨੇ ਭਾਗ ਲਿਆ ਸੀ। ਤੋਂ ਇਹ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਚੱਕਰ ਪਿੰਡ ਦੀ ਵਸਨੀਕ ਆ, ਠੀਕ ਆ ਜੀ। ਸੋ ਇੰਪੋਰਟੈਂਟ ਬਣ ਜਾਂਦਾ ਵਾ, ਤਾਂ ਕਰਕੇ ਉਹਨਾਂ ਨੇ ਥੋੜਾ ਪਿੱਛੋਂ ਪੁੱਛ ਲਿਆ ਵੈਸੇ ਉਹਨਾਂ ਨੇ। ਸੋ ਇਹ ਸਮਝ ਨਹੀਂ ਆਈ ਕਿ ਇੰਨਾ ਪੁਰਾਣਾ ਕਿਉਂ ਪੁੱਛ ਲਿਆ। ਸੋ ਇਸ ਲਈ ਮੈਂ ਕਹਿੰਦਾ ਹੁੰਦਾ ਥੋੜਾ ਜਿਹਾ ਨਾ ਕਰੰਟ ਅਫੇਅਰ ਦੇ 2-3 ਕੁਐਸਚਨ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਉਹ ਤੁਸੀਂ ਨੇੜੇ ਜਾ ਕੇ ਵੀ PSSB ਦੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ। ਬਟ ਜਿਹੜੇ ਬਾਕੀ ਦੇ ਸਬਜੈਕਟ ਨੇ ਜਿੱਦਾਂ ਕਿ ਉਹਦੇ ਦਾ ਕੁਐਸਚਨ ਤੁਹਾਨੂੰ ਪਤਾ ਕਿ ਸਟੈਟਿਕ ਜੀਕੇ ਵੀ ਉਹਨਾਂ ਨੇ ਪੁੱਛਣੀਆਂ, ਮਾਡਰਨ ਹਿਸਟਰੀ ਵੀ ਪੁੱਛਣੀਆਂ, ਪੰਜਾਬ ਜੀਕੇ ਵੀ ਪੁੱਛਣੀਆਂ, ਪੋਲਿਟੀ ਵੀ ਪੁੱਛਣੀਆਂ। ਸੋ ਇਹ 4 ਸਬਜੈਕਟ ਆਪਾਂ ਪੂਰੇ ਚੰਗੀ ਤਰ੍ਹਾਂ ਤਿਆਰ ਕਰਨੇ ਆ। ਸੋ ਕਰੰਟ ਅਫੇਅਰ ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਸੀਂ ਵੀਕਲੀ ਵੀ ਕਰਦੇ ਰਹੋਗੇ ਨਾ। ਹੁਣ ਇਸ ਟਾਈਮ ਵੀਕਲੀ ਸ਼ੁਰੂ ਕਰ ਦਿਓ ਤਾਂ ਵੀਕਲੀ ਵੀ ਤੁਹਾਡੇ ਕਵਰ ਹੋ ਜਾਣਗੇ। ਸੋ ਉਹਦੇ ਨੇੜੇ ਜਾ ਕੇ ਮੈਂ ਟੌਪ ਕਰੰਟ ਅਫੇਅਰ ਤੁਹਾਡੇ ਲਈ ਜਦੋਂ ਇਹਦਾ ਆਪਣੇ 2-3 ਸਬਜੈਕਟ ਨਿਬੜ ਜਾਣ ਉਸ ਤੋਂ ਬਾਅਦ ਮੈਂ ਕਰੰਟ ਅਫੇਅਰ ਵੀ ਤੁਹਾਨੂੰ ਕਰਵਾ ਦੇਵਾਂਗੇ ਜਿਹੜੇ ਇੰਪੋਰਟੈਂਟ ਬਣਨਗੇ। ਨੈਕਸਟ ਆ ਗਿਆ ਜੀ ਸਾਡੇ ਕੋਲੇ ਚਿਸ਼ਤੀ ਆਰਡਰ ਦੇ ਮਹਾਨ ਸੂਫੀ ਸੰਤ ਨੂੰ ਚਿਰਾਗੇ ਦੇਵਲੀ ਦੇ ਨਾਂ ਨਾਲ ਮਸ਼ਹੂਰ ਹੈ। ਇਹਨਾਂ ਦੇ ਵਿੱਚੋਂ ਦੱਸਣਾ ਜੀ ਤੁਸੀਂ ਕੌਣ ਹੈ। ਸੋ ਥੋੜਾ ਜ਼ੂਮ ਕਰ ਦਿੰਦੇ ਆਪਾਂ ਜੀ। ਨਿਜ਼ਾਮੁਦੀਨ ਔਲੀਆ, ਸ਼ੇਖ ਨਸੀਰੁਦੀਨ ਮੁਹੰਮਦ, ਕੁਤੁਬਦੀਨ ਬਖਤਿਆਰ ਕਾਕੀ ਜਾਂ ਮੋਇਨਦੂਨ ਚਿਸ਼ਤੀ। ਸੋ ਇਹ ਥੋੜਾ ਜਿਹਾ ਔਖੇ ਕੁਐਸਚਨ ਤੁਹਾਨੂੰ ਲੱਗ ਰਹੇ ਹੋਣਗੇ। ਇਸ ਵਾਰ ਮੈਂ ਤੁਹਾਨੂੰ ਕਿਹਾ ਸੀ ਕਿ ਥੋੜਾ ਜਿਹਾ ਪੰਜਾਬ ਜੀਕੇ 'ਚ ਕੁਝ ਕੁਐਸਚਨ ਇਹਨਾਂ ਨੇ ਔਖੇ ਪਾਏ ਹੋਏ ਸੀਗੇ, ਜਿਹਨੇ ਚੰਗੀ ਤਰ੍ਹਾਂ ਨਹੀਂ ਸੂਫੀਜ਼ਮ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਸੀਗਾ। ਜੋ ਜ਼ਿਆਦਾਤਰ ਕੈਂਡੀਡੇਟਸ ਨੇ ਸੂਫੀਜ਼ਮ ਪੜ੍ਹਿਆ ਨਹੀਂ ਸੀਗਾ ਕਿਉਂਕਿ ਉਹ ਸਿਰਫ ਦੂਜਾ ਕਰਕੇ ਜਾ ਰਹੇ ਆ। ਸੋ ਆਪਾਂ ਇਹਦੀ ਇੱਕ ਕਲਾਸ ਲੈ ਕੇ ਆਵਾਂਗੇ ਕਿਉਂਕਿ ਜੇ PSSB ਨੇ ਇਸ ਵਾਰ ਵੀ 4-5 ਕੁਐਸਚਨ ਉਹਦੇ ਵਿੱਚੋਂ ਪਾਤੇ ਤਾਂ ਥੋੜਾ ਜਿਹਾ ਗੜਬੜ ਹੋ ਸਕਦਾ ਵਾ ਆਪਣਾ, ਠੀਕ ਆ। ਸੋ ਇਹਦਾ ਆਪਣਾ ਆਨਸਰ ਸਹੀ ਬਣਦਾ ਵਾ ਜੀ ਬੀ ਆਨਸਰ ਸਹੀ ਬਣਦਾ ਵਾ ਇਹਦਾ, ਸ਼ੇਖ ਨਸੀਰੁਦੀਨ ਮਹਿਮੂਦ, ਠੀਕ ਆ ਜੀ। ਸੋ ਕਰ ਲਵਾਂਗੇ ਆਪਾਂ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ ਕਿ ਹੇਠ ਲਿਖਿਆਂ ਵਿੱਚੋਂ ਕਿਸੇ ਨੇ ਮਸ਼ਹੂਰ ਗੀਤ ਪਗੜੀ ਸੰਭਾਲ ਜੱਟਾ ਲਿਖਿਆ? ਦੱਸੋ ਜੀ। ਸੋ ਇਹ ਵਾਲੇ ਜਿਹੜੇ ਕੁਐਸਚਨ ਨੇ ਨਾ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਇਹ ਮੋਸਟ ਇੰਪੋਰਟੈਂਟ ਕੁਐਸਚਨ ਆ, ਬਹੁਤ ਵਾਰ ਰਿਪੀਟ ਹੁੰਦਾ ਪੇਪਰ ਦੇ ਵਿੱਚ। ਇਹ ਮੇਰਾ ਕਰਵਾਇਆ ਹੋਇਆ ਤੁਹਾਨੂੰ 2 ਵਾਰੀ ਕਰਵਾਇਆ ਹੋਇਆ ਵਾ। ਇਹ ਇੱਕ ਤਾਂ ਬੈਸਟ 200 MCQ ਦੇ ਵਿੱਚ ਵੀ ਕਰਵਾਇਆ ਹੋਇਆ ਵਾ, ਵੈਸੇ ਵੀ ਤੁਹਾਨੂੰ ਮੈਂ 2-3 ਵਾਰੀ ਇਹ ਦੱਸ ਚੁੱਕਿਆ ਵਾਂ। ਸੋ ਸੋਚੋ ਜੀ ਤੁਸੀਂ ਇਹਦਾ ਬਿਲਕੁਲ ਸਹੀ ਜੀ। ਇਹਦਾ ਆਪਣਾ ਆਨਸਰ ਬਣੇਗਾ ਬਾਂਕੇ ਦਿਆਲ। ਬਾਂਕੇ ਦਿਆਲ ਆਪਣਾ ਪਗੜੀ ਸੰਭਾਲ ਜੱਟਾ ਕਿਹਨੇ ਲਿਖਿਆ ਸੀ? ਬਾਂਕੇ ਦਿਆਲ ਨੇ। ਨੈਕਸਟ ਆ ਗਿਆ ਜੀ ਜਿਹੜੀ ਆਪਣੀ ਪੰਜਾਬ ਦੇ ਵਿੱਚ ਜਿਹੜੀ ਕਬੱਡੀ ਦੀ ਆਪਣੀ ਕਬੱਡੀ ਖੇਡ ਖੇਡੀ ਜਾਂਦੀ ਹੈ ਨਾ, ਸੋ ਉਹ ਪੁੱਛਦਾ ਆ ਉਹਨਾਂ ਦੀ ਕਿ ਸਰਕੂਲਰ ਪਿੱਚ ਦੱਸਣਾ ਉਹਦਾ, ਜਿਹੜਾ ਕਿ ਗੋਲ ਪਿੱਚ ਹੁੰਦੀ ਆ, ਠੀਕ ਆ ਜੀ। ਸੋ ਵਾਲੀ ਗੋਲ ਪਿੱਚ ਦਾ ਡਾਇਮੀਟਰ ਕਿੰਨਾ ਹੁੰਦਾ ਵਾ, ਠੀਕ ਆ ਜੀ। ਜਦੋਂ ਤੁਸੀਂ ਆਪਣਾ ਉਹ ਪੜ੍ਹੋਗੇ ਨਾ ਕੀ ਕਹਿੰਦੇ ਹੁੰਦੇ ਆ ਮੈਂਸੂਰੇਸ਼ਨ ਕਰੋਗੇ, ਤੁਹਾਨੂੰ ਉਹਦੇ ਵਿੱਚ ਪਤਾ ਲੱਗੂਗਾ ਰੇਡੀਅਸ ਕਿਹਨੂੰ ਕਹਿੰਦੇ ਆ, ਡਾਇਮੀਟਰ ਕਿਹਨੂੰ ਕਹਿੰਦੇ ਆ। ਸੋ ਆਪਾਂ ਇਸ ਟਾਈਮ ਮੈਂਸੂਰੇਸ਼ਨ ਨਹੀਂ ਕਰਨਾ। ਸੋ ਇਸ ਵਾਰ ਤੁਸੀਂ ਐਂ ਸਮਝ ਲਓ ਕਿ ਉਹਦਾ ਡਾਇਮੀਟਰ ਉਹਨਾਂ ਨੇ ਪੁੱਛ ਲਿਆ ਕਿ ਕਿੰਨਾ ਹੁੰਦਾ ਵਾ, ਗੋਲ ਪਿੱਚ ਦਾ ਡਾਇਮੀਟਰ ਉਹਨਾਂ ਨੇ ਪੁੱਛ ਲਿਆ ਹੋਇਆ, ਠੀਕ ਆ ਜੀ। ਸੋ ਇਹਦਾ ਡਾਇਮੀਟਰ ਕਿੰਨਾ ਹੁੰਦਾ ਜੀ? ਇਹਦਾ ਡਾਇਮੀਟਰ ਹੁੰਦਾ ਜੀ ਸਾਡਾ 72 ਦਾ ਆਪਣਾ ਆਨਸਰ ਆ ਗਿਆ ਜੀ 22 ਮੀਟਰ, ਠੀਕ ਆ। ਇਹਦੇ ਵਿੱਚ ਕੁਝ ਬੱਚੇ ਕਨਫਿਊਜ਼ ਹੋ ਕੇ 21 ਲਾ ਕੇ ਆਉਣਗੇ, ਠੀਕ ਆ ਜੀ। ਸੋ 10-12 ਸੈਕਿੰਡ ਮੈਂ ਤੁਹਾਨੂੰ ਤਾਂ ਦਿੰਦਾ ਹੁੰਦਾ ਕਿ ਤੁਸੀਂ ਸੋਚ ਲਓ, ਕਿਉਂਕਿ ਐਜ਼ ਏ ਮੌਕ ਟੈਸਟ ਤੁਸੀਂ ਕੰਮ ਲੈਣਾ। ਇੱਕ ਵਾਰ ਤੁਸੀਂ ਇਹਨੂੰ ਐਜ਼ ਏ ਮੌਕ ਟੈਸਟ ਅਟੈਂਡ ਕਰ ਲਿਆ, ਉਸ ਤੋਂ ਬਾਅਦ ਤੁਸੀਂ ਇਹਨੂੰ ਕੁਐਸਚਨ ਤੁਹਾਨੂੰ ਦੁਬਾਰਾ ਵੀ ਪੜ੍ਹਨ ਦੀ ਜ਼ਰੂਰਤ ਨਹੀਂ। ਇੱਕ ਵਾਰੀ ਕਰ ਲਿਆ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ, ਠੀਕ ਆ ਜੀ। ਸੋ ਅਗਰ ਮੈਂ ਜਲਦੀ ਆਨਸਰ ਬੋਲ ਦਿੰਦਾ ਹੁੰਦਾ ਤਾਂ ਤੁਸੀਂ ਪਾਊਜ਼ ਕਰ ਲਿਆ ਕਰੋ, ਠੀਕ ਆ। ਇਹ ਫੁੱਟਾਂ ਦੇ ਵਿੱਚ ਕਿੰਨੀ ਹੁੰਦੀ ਆ ਜੀ? 22 ਮੀਟਰ ਜਿਹੜੀ ਪਿੱਚ ਹੁੰਦੀ ਆ, ਕਈ ਵਾਰ ਫੁੱਟਾਂ 'ਚ ਪੁੱਛ ਲੈਂਦੇ ਨੇ। ਫੁੱਟਾਂ ਦੇ ਵਿੱਚ ਇਹ 72 ਫੁੱਟ ਬਣਦਾ, ਠੀਕ ਹੈ ਜੀ। ਸੋ 72 ਫੁੱਟ ਦੇ ਆਸ-ਪਾਸ ਬਣ ਜਾਂਦਾ ਵਾ। ਨੈਕਸਟ ਆਪਾਂ ਕਰਦੇ ਹਾਂ ਜੀ 73 ਨੰਬਰ ਕੁਐਸਚਨ ਆਪਣਾ ਕੰਪਿਊਟਰ ਦਾ ਸੀ। 74 ਨੰਬਰ ਕੁਐਸਚਨ ਆ ਗਿਆ ਜੀ, ਸ਼ਹੀਦ ਊਧਮ ਸਿੰਘ ਦਾ ਜਿਹੜਾ ਅਸਲੀ ਨਾਮ ਕੀ ਸੀ? ਠੀਕ ਹੈ ਜੀ, ਬਚਪਨ ਦਾ ਨਾਮ ਉਹਨਾਂ ਨੇ ਪੁੱਛ ਲਿਆ ਕਿ ਸ਼ਹੀਦ ਊਧਮ ਸਿੰਘ ਦਾ ਅਸਲੀ ਨਾਮ ਕਿਹੜਾ ਸੀਗਾ? ਵੀਰ ਸਿੰਘ, ਭਗਤ ਸਿੰਘ, ਮੁਕਤਾ ਸਿੰਘ। ਜਿਹੜੇ ਆ ਲੱਗੇ ਹੁੰਦੇ ਨੇ ਨਾ, ਇਹਦੇ ਤੇ ਧਿਆਨ ਨਾਲ ਜਾਇਓ ਕਿਉਂਕਿ ਇਹ ਮੋਸਟ ਆਫ ਦੀ ਤੁਸੀਂ ਦੇਖੋਗੇ ਕਿ ਗਲਤ ਵੀ ਹੋ ਸਕਦੇ ਆ, ਸਹੀ ਵੀ ਹੋ ਸਕਦਾ। ਸੋ ਇਹਨੂੰ ਦੇਖ ਕੇ ਨਹੀਂ ਲਾਉਣਾ, ਤੁਸੀਂ ਆਪਦੀ ਨੌਲੇਜ ਦੇ ਹਿਸਾਬ ਨਾਲ ਲਾਉਣਾ ਵਾ। ਸੋ ਇਹ ਵਾਲਾ ਕੁਐਸਚਨ ਆ ਨਾ ਜਿਹੜਾ ਆਪਣਾ ਇਹਦਾ ਵਾ ਸ਼ਹੀਦ ਊਧਮ ਸਿੰਘ ਦਾ ਨਾਮ ਕੀ ਆ? ਸੋ ਸ਼ਹੀਦ ਊਧਮ ਸਿੰਘ ਆਪਾਂ ਟੌਪਿਕ ਕਰ ਰਹੇ ਹਾਂ, ਠੀਕ ਹੈ ਜੀ। ਲਿਖਿਆ ਹੋਇਆ ਵਾ, ਮੇਰੇ ਨੋਟ ਡਾਊਨ ਸਾਰੇ ਕੀਤੇ ਹੋਏ ਨੇ, ਪੰਜਾਬ ਜੀਕੇ ਦੇ ਵਿੱਚ ਆਪਣੇ ਕਵਰ ਹੋ ਜਾਣਗੇ। ਸੋ ਤੁਸੀਂ ਘਬਰਾਉਣਾ ਨਹੀਂ ਕਿ ਇਹ ਆਪਾਂ ਅਜੇ ਤੱਕ ਨਹੀਂ ਪੜ੍ਹਿਆ। ਜਿਹੜੇ ਸਟੂਡੈਂਟ ਨਵੇਂ ਨੇ ਮੈਂ ਉਹਨਾਂ ਲਈ ਕਹਿ ਰਿਹਾ ਮੈਂ, ਬਾਕੀ ਪੁਰਾਣਿਆਂ ਨੇ ਤਾਂ ਪੜ੍ਹਿਆ ਹੋਏਗਾ ਇਹ ਆਰਾਮ ਨਾਲ, ਠੀਕ ਹੈ ਜੀ। ਸੋ ਇਹਦੇ ਵਿੱਚ ਸ਼ੇਰ ਸਿੰਘ ਸਹੀ ਨਾਮ ਬਣਦਾ ਵਾ, ਠੀਕ ਆ। ਬਹੁਤ ਸੌਖਾ ਕੁਐਸਚਨ ਆਇਆ ਹੋਇਆ ਵਾ ਇਹ। ਇੱਦਾਂ ਦੇ ਕੁਐਸਚਨ ਫ੍ਰੀ ਦੇ ਨੰਬਰ ਦੇ ਕੇ ਜਾਂਦੇ ਹੁੰਦੇ ਨੇ। ਨੈਕਸਟ ਆ ਗਿਆ ਤੁਹਾਡਾ, ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਸਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਲੋਕ ਮਾਨਿਆ ਤਿਲਕ ਨੇ ਬੇਲਗਾਮ ਵਿੱਚ
ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਆ ਤਾਂ ਮੈਂ ਇਹਨੂੰ ਪ੍ਰਾਪਤ ਕਰਕੇ ਰਵਾਂ ਦਾ ਨਾਰਾ ਲਾਇਆ ਸੀ, ਦੱਸੋ ਜੀ। ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ। ਮੈਂ ਆਪਣਾ ਤੁਹਾਨੂੰ ਮਾਡਰਨ ਹਿਸਟਰੀ ਦੀ ਕਲਾਸ ਖੋਲੋ ਆਪਣੀ, ਉਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਕੁਐਸਚਨ। ਬਹੁਤ ਵਾਰੀ ਮੇਰਾ ਇਹਦਾ MCQ ਦੇ ਵਿੱਚ ਵੀ ਤੁਹਾਨੂੰ ਕਰਵਾਇਆ ਹੋਇਆ ਤੇ ਦੂਸਰੇ ਦੇ ਵਿੱਚ ਵੀ ਕਰਵਾਇਆ ਹੋਇਆ ਵਾ। ਸੋ ਜਿਹੜੇ ਬੱਚੇ ਪੜ੍ਹ ਰਹੇ ਆ ਉਹਨਾਂ ਨੂੰ ਤਾਂ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ ਇਹ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਕੁਐਸਚਨ ਆ ਇਹ। ਸੋ ਤੁਸੀਂ ਇਸ ਟਾਈਮ ਸੋਚ ਲਿਆ ਹੋਵੇਗਾ 1916 ਦੇ ਵਿੱਚ ਬਾਲ ਗੰਗਾਧਰ ਤਿਲਕ ਨੇ ਇਹ ਨਾਰਾ ਲਾਇਆ ਸੀ। ਸੋ ਇਹ ਜਿਹੜਾ ਨਾਰਾ ਸੀ ਨਾ ਆਪਣਾ ਬਾਲ ਗੰਗਾਧਰ ਤਿਲਕ, ਠੀਕ ਹੈ, ਇਹਨਾਂ ਨੂੰ ਲੋਕ ਮਾਨਿਆ ਤਿਲਕ ਵੀ ਕਹਿੰਦੇ ਆ। ਕਈ ਵਾਰ ਪੇਪਰ 'ਚ ਕੁਐਸਚਨ ਕਹਿੰਦੇ ਆ ਲੋਕ ਮਾਨਿਆ ਕਿਹਨੂੰ ਕਿਹਾ ਜਾਂਦਾ ਵਾ? ਬਾਲ ਗੰਗਾਧਰ ਤਿਲਕ ਨੂੰ। 2 ਕੁਐਸਚਨ ਕਵਰ ਹੋ ਗਏ ਜੀ ਤੁਹਾਡੇ। ਬਾਕੀ ਤੁਸੀਂ ਜਦੋਂ ਆਪਣਾ ਹੋਮ ਰੂਲ ਮੂਵਮੈਂਟ ਉਹਦੇ ਵਿੱਚ ਜਾ ਕੇ ਪੜ੍ਹੋਗੇ ਨਾ, ਉਹਦੇ ਵਿੱਚ ਇਹ ਸਾਰਾ ਮੇਰੀ ਕਲੀਅਰ ਪੂਰਾ ਥਿਊਰੀ ਦੇ ਵਿੱਚ ਚੰਗੀ ਤਰ੍ਹਾਂ ਵਿਦ MCQ ਕਰਵਾਏ ਹੋਏ ਨੇ। ਸੋ ਨੈਕਸਟ ਸਾਡਾ ਕੁਐਸਚਨ 78 ਨੰਬਰ ਕੁਐਸਚਨ ਕੀ ਆ ਗਿਆ ਜੀ? 78 'ਚੋਂ ਕਹਿੰਦਾ ਜੀ ਮੀਰ ਸਈਦ ਅਲੀ ਹਮਦਾਨੀ ਜਿਹੜੇ ਨੇ ਉਹ ਡੈਸ਼ ਸੂਫੀ ਆਰਡਰ ਦੇ ਆਗੂ ਸੀ, ਮਤਲਬ ਲੀਡਰ ਦਾ ਨਾਮ ਦੱਸਿਆ ਜੀ ਕਿ ਕਿਹੜੀ ਸੂਫੀ ਦੇ। ਦੇਖੋ ਫੇਰ ਸੂਫੀਜ਼ਮ ਤੋਂ ਕੁਐਸਚਨ ਆ ਰਿਹਾ। ਸੋ ਤੁਸੀਂ ਜ਼ਿਆਦਾ ਨਹੀਂ ਘਬਰਾਉਣਾ ਇਹਨੂੰ ਦੇਖ ਕੇ, ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਕੈਂਡੀਡੇਟ ਜਿਹੜੇ ਹੋਏ ਸੀ ਉਹਨਾਂ ਲਈ ਵੀ ਇਹ ਨਵਾਂ ਸੀਗਾ, ਠੀਕ ਹੈ। ਇੱਕਦਮ PSSB ਨੇ ਪਤਾ ਜੀ ਥੋੜੇ ਬਹੁਤ ਸਰਪ੍ਰਾਈਜ਼ ਤੁਹਾਨੂੰ PSSB ਦੇ ਦਿੰਦਾ ਵਾ, ਠੀਕ ਹੈ ਜੀ। ਸੋ ਕੋਈ ਗੱਲ ਨਹੀਂ, ਆਪਾਂ ਜਦੋਂ ਕਰ ਲਿਆ ਤਾਂ ਸਾਰਾ ਇਹ ਨਿਬੜ ਜਾਏਗਾ। ਸੋ ਇਹਦਾ ਸਹੀ ਬਣਦਾ ਕੁਵਰਾਵਿਆ ਆਪਣਾ ਸਹੀ ਬਣਦਾ ਵਾ, ਠੀਕ ਆ। ਸੋ ਇਹ ਜਿਹੜਾ ਪੇਪਰ ਦੇ ਵਿੱਚ ਨਾ ਕੁਐਸਚਨ ਔਖਾ ਹੁੰਦਾ ਉਹ ਸਾਰਿਆਂ ਲਈ ਹੀ ਔਖਾ ਹੁੰਦਾ ਵਾ। ਸੋ ਇਹਦੇ ਵਿੱਚ ਅਗਰ ਜਿਹਨੇ ਸੂਫੀਜ਼ਮ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਉਹ ਸਾਰਿਆਂ ਨੇ ਹੀ ਨਹੀਂ ਪੜ੍ਹਿਆ ਸੀ, ਪਰ ਹੁਣ ਜੇਕਰ ਤੁਸੀਂ ਸੂਫੀਜ਼ਮ ਨਹੀਂ ਪੜ੍ਹੋਗੇ ਅਗਲੇ ਪੇਪਰ ਦੇ ਵਿੱਚ ਆ ਗਿਆ ਫਿਰ ਸਿਰਫ ਉਹ ਤੁਹਾਡੇ ਲਈ ਔਖਾ ਹੋਊਗਾ। ਸੋ ਇਹ ਚੀਜ਼ ਦਾ ਧਿਆਨ ਰੱਖਣਾ। ਸੋ ਸਭ ਤੋਂ ਪਹਿਲਾਂ ਆਪਾਂ ਬੇਸਿਕ ਚੀਜ਼ਾਂ ਕਵਰ ਕਰਨੀਆਂ, ਜਿਹੜੀਆਂ ਸੌਖੀਆਂ ਜਿਹੜੀਆਂ ਰਿਪੀਟ ਹੁੰਦੀਆਂ ਉਹ ਕਵਰ ਕਰਨੀਆਂ। ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਲੈਵਲ ਹੌਲੀ ਕਰਕੇ ਅੱਗੇ ਵਧਾਈ ਜਾਣਾ। ਇਹਨਾਂ ਦੇ ਵਿੱਚੋਂ ਕਿਹੜੀ 5 ਸਾਲਾ ਯੋਜਨਾ, ਕਹਿੰਦਾ ਜੀ 5 ਈਅਰ ਪਲਾਨ ਦੇ ਵਿੱਚ ਜਦੋਂ ਸਟਾਰਟ ਕੀਤੀ ਸੀ ਉਹਦਾ ਸਾਲ ਪੁੱਛ ਲਿਆ। 1951 ਵਾ, 52 ਵਾ, 53 ਵਾ ਜਾਂ 54 ਵਾ। ਸੋ ਇਹ ਕੁਐਸਚਨ ਤੁਹਾਡਾ ਮੋਸਟ ਐਕਸਪੈਕਟਡ ਕੁਐਸਚਨ ਹੋਊਗਾ ਤੁਹਾਡਾ ਐਗਜ਼ਾਈਜ਼ ਇੰਸਪੈਕਟਰ ਦੇ ਪੇਪਰ ਦਾ। ਰਿਪੀਟ ਹੋ ਸਕਦਾ ਇਹ ਕੁਐਸਚਨ। ਸੋ ਬਿਲਕੁਲ ਸਹੀ ਜੀ। 1951 ਦੇ ਵਿੱਚ 5 ਸਾਲਾ ਯੋਜਨਾ ਸ਼ੁਰੂ ਹੋਈਆਂ ਸੀ। ਉਸ ਤੋਂ ਬਾਅਦ 2015 ਦੇ ਵਿੱਚ ਨਾ ਨੀਤੀ ਆਯੋਗ ਨੇ ਇਹਨੂੰ ਰਿਪਲੇਸ ਕਰਤਾ ਸੀ, ਠੀਕ ਆ। ਜਦੋਂ ਆਪਾਂ ਇਕਨੋਮੀ ਕਰਾਂਗੇ ਉਹਦੇ ਵਿੱਚ ਇਹ ਕਵਰ ਹੋ ਜਾਏਗਾ। ਵੈਸੇ ਤੁਸੀਂ ਯਾਦ ਕਰ ਲਓ, ਕਈ ਵਾਰ ਇਹੋ ਜਿਹੇ ਡਿਟੋ ਕੁਐਸਚਨ ਵੀ ਰਿਪੀਟ ਹੁੰਦੇ ਨੇ। ਸੋ 5 ਈਅਰ ਪਲਾਨ ਆਪਣਾ ਇਕਨੋਮੀ ਦੇ ਵਿੱਚ ਹੋਣਗੇ, ਠੀਕ ਹੈ ਜੀ। ਨੈਕਸਟ ਆ ਗਿਆ ਸਾਡਾ ਹੇਠ ਲਿਖੇ ਦੇ ਵਿੱਚੋਂ ਕਿਹੜੇ ਸਿੱਖ ਗੁਰੂ ਸਭ ਤੋਂ ਛੋਟੇ ਸਨ, ਠੀਕ ਹੈ ਜੀ। ਯੰਗੈਸਟ ਪੁੱਛ ਲਿਆ ਉਹਨਾਂ ਨੇ। ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਬਹੁਤ ਚੰਗੀ ਤਰ੍ਹਾਂ। ਪੰਜਾਬ GK ਦੀ ਵੀਡੀਓਜ਼ ਚੈੱਕ ਕਰੋ ਆਪਣੀਆਂ ਜਾ ਕੇ। ਗੁਰੂ ਹਰਰਾਏ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਦੱਸੋ ਜੀ। ਬਿਲਕੁਲ ਸਹੀ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਸੀਗੇ ਉਹ ਆਪਣੇ ਸਭ ਤੋਂ ਛੋਟੇ ਗੁਰੂ ਸੀ, ਠੀਕ ਹੈ। ਯੰਗੈਸਟ ਗੁਰੂ ਸੀ, ਘੱਟ ਉਮਰ ਦੇ। ਸੋ ਇਹ ਵੀ ਹੋ ਗਿਆ ਆਪਣਾ। ਹੁਣ ਨੈਕਸਟ ਆਪਣਾ ਕੁਐਸਚਨ ਆ ਗਿਆ। ਆਹ ਕੁਐਸਚਨ ਦੇਖੋ ਜੀ, ਇਹ ਮੈਂ ਟੈਲੀਗ੍ਰਾਮ ਦੇ ਉੱਤੇ ਵੀ ਪਾਇਆ ਸੀ ਤੇ ਕੁਝ ਕੈਂਡੀਡੇਟ ਗਲਤ ਕਰ ਰਹੇ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਤੁਸੀਂ ਆਪਣੀ ਕਲਾਸ ਨਹੀਂ ਦੇਖੀ ਜਿਹੜੀ ਮੈਂ ਚੰਗੀ ਤਰ੍ਹਾਂ ਕਰਵਾਈ ਹੋਈ ਆ। ਸੋ ਇਹਨਾਂ ਨੇ ਪੁੱਛ ਲਿਆ ਜੀ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਜਿੱਤਿਆ ਸੀ? 1816 ਚ, 17 ਚ, 19 ਚ ਜਾਂ 20 ਚ। ਦੇਖੋ ਕਿੰਨੀਆਂ ਨੇੜੇ ਆਪਸ਼ਨ ਦੇ ਦਿੱਤੀਆਂ ਤੁਹਾਨੂੰ। ਜੇਕਰ ਤੁਸੀਂ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਤਾਂ ਤੁਸੀਂ ਇਹਨੂੰ ਗਲਤ ਲਾਓਗੇ, ਪਰ ਜੇ ਤੁਸੀਂ ਪੜ੍ਹਿਆ ਹੋਇਆ ਵਾ ਚੰਗੀ ਤਰ੍ਹਾਂ ਆਪਣਾ ਲੜਾਈਆਂ ਮੇਰੀਆਂ ਡੇਟ ਵਾਈਜ਼ ਤੁਹਾਨੂੰ ਦਿੱਤੀਆਂ ਹੋਈਆਂ ਨੇ PDF ਦੇ ਵਿੱਚ ਵੀ ਤੇ ਕਲਾਸ ਦੇ ਵਿੱਚ ਵੀ। ਸੋ ਤੁਸੀਂ ਕੋਈ ਵੀ ਚੀਜ਼ ਮਿਸ ਨਹੀਂ ਕਰਨੀ। ਜਿਹੜੀ ਵੀ ਕਲਾਸ ਦੇ ਵਿੱਚ ਮੈਂ ਕਰਵਾ ਰਿਹਾ ਵਾਂ ਉਹ ਇੰਪੋਰਟੈਂਟ ਬਣਦੀ ਆ। ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਕੁਐਸਚਨ ਆ ਜਾਣੇ ਹੁੰਦੇ ਨੇ, ਪਰ ਕੁਝ ਕੁਐਸਚਨ ਉਹਨਾਂ ਦੇ ਵਿੱਚੋਂ ਇਦਾਂ ਦੇ ਹੁੰਦੇ ਨੇ ਜਿਹੜੇ ਇੰਪੋਰਟੈਂਟ ਹੁੰਦੇ ਨੇ ਤੇ ਮੇਰੇ ਉਹ ਯੈਲੋ ਤੇ ਰੈੱਡ ਕੀਤੇ ਹੁੰਦੇ ਨੇ PDF ਦੇ ਵਿੱਚ ਵੀ। ਤੇ ਜਦੋਂ ਮੈਂ ਪੜ੍ਹਾ ਰਿਹਾ ਹੁੰਦਾ ਮੈਂ ਉਦੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਆਪਣਾ ਮੈਂ ਦੱਸ ਰਿਹਾ ਹੁੰਦਾ ਕਿ ਇਹ ਕੁਐਸਚਨ ਜਿਹੜਾ ਵਾ ਮੋਸਟ ਐਕਸਪੈਕਟਡ ਕੁਐਸਚਨ ਹੁੰਦਾ ਵਾ ਜਿਹੜਾ ਪੇਪਰਾਂ ਦੇ ਵਿੱਚ ਆਉਂਦਾ। 1819 ਬਿਲਕੁਲ ਸਹੀ ਸਾਡਾ ਆਨਸਰ ਬਣ ਗਿਆ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੇ ਕੁਐਸਚਨ ਆ ਰਹੇ ਨੇ। ਬਿਲਕੁਲ ਸੌਖਾ ਕੁਐਸਚਨ ਵੀ ਆ ਰਿਹਾ, ਔਖਾ ਵੀ ਆ ਰਿਹਾ, ਕੁਛ ਇਦਾਂ ਦੇ ਕੁਐਸਚਨ ਵੀ ਆ ਰਹੇ ਆ ਜਿਹੜੇ ਤੁਸੀਂ ਕਦੇ ਦੇਖੇ ਵੀ ਨਹੀਂ ਹੋਣੇ। ਸੋ ਇਹਦੇ ਵਿੱਚ GK ਇਦਾਂ ਦੀ ਹੁੰਦੀ ਆ, ਬਹੁਤ ਵਾਸਟ ਆ। ਇਹਦੇ ਵਿੱਚ ਆਪਾਂ ਜਿੰਨੇ ਵੱਧ ਤੋਂ ਵੱਧ ਨੰਬਰ ਲੈ ਸਕੀਏ ਆਪਾਂ ਨੂੰ ਲੈਣੇ ਚਾਹੀਦੇ ਨੇ, ਪਰ ਇਹਦੇ ਵਿੱਚ ਜੇ ਤੁਸੀਂ ਕਹੋ ਕਿ ਅਗਰ 40 ਨੰਬਰ ਦੀ GK ਆਈ ਤਾਂ 40 ਚੋਂ 40 ਨੰਬਰ ਤੁਸੀਂ ਨਹੀਂ ਲੈ ਸਕਦੇ। ਸੋ ਇਦਾਂ ਦਾ ਕੋਈ ਸਬਜੈਕਟ ਹੁੰਦਾ ਵਾ ਇਹ, ਠੀਕ ਹੈ ਜੀ। ਸੋ ਜਿੰਨੇ ਵੀ ਵੱਧ ਤੋਂ ਵੱਧ ਨੰਬਰ ਆਪਾਂ ਲੈ ਸਕੀਏ ਉਹ ਆਪਾਂ ਲੈ, ਕਿਉਂਕਿ ਇਹਦੇ ਵਿੱਚ ਸਬਜੈਕਟ ਬਹੁਤ ਹੋ ਜਾਂਦੇ ਆ। ਹੇਠ ਲਿਖਿਆਂ ਵਿੱਚੋਂ ਕਿਸ ਸਾਲ 'ਚ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭੱਟ ਲਾਂਚ ਕੀਤਾ ਸੀ? ਸੋ ਇਹ ਸਟੈਟਿਕ GK ਦਾ ਕੁਐਸਚਨ ਬਣਦਾ ਵਾ। ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ ਇਹ। ਪੰਜਾਬ ਦੇ ਪੇਪਰਾਂ ਦੇ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਿਆ, ਸਾਰੇ ਪੇਪਰਾਂ ਦੇ ਵਿੱਚ ਹੀ। 1975 ਦੇ ਵਿੱਚ, 1976 ਤੇ 1977 ਚ ਜਾਂ 1978 ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ। ਸੋ ਇਹਨੂੰ ਸਟਾਰ ਲਾ ਲਓ। ਹੋ ਸਕੇ ਤਾਂ ਜੇ ਤੁਸੀਂ ਕੋਈ ਨੋਟਬੁੱਕ ਲਾਈ ਹੋਈ ਆ ਉਹਦੇ ਵਿੱਚ ਇਹਨੂੰ ਨੋਟ ਕਰ ਲਓ। ਬਿਲਕੁਲ ਸਹੀ ਜੀ। 1975 ਦੇ ਵਿੱਚ ਜਿਹੜਾ ਪਹਿਲਾ ਸੈਟੇਲਾਈਟ ਆਰੀਆ ਭੱਟ ਲਾਂਚ ਕੀਤਾ ਸੀ, ਠੀਕ ਆ, ਭਾਰਤ ਨੇ। ਨੈਕਸਟ ਕੁਐਸਚਨ ਸਾਡਾ ਆ ਗਿਆ ਜੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਮੌਤ ਕਦੋਂ ਹੋਈ ਸੀ? ਹੁਣ ਇਹਦੇ ਵਿੱਚ ਵੀ ਕਈ ਬੱਚੇ ਕਨਫਿਊਜ਼ ਹੋਏ ਹੋਣਗੇ, ਪਰ ਇਹਨੂੰ ਮੈਂ ਤੁਹਾਨੂੰ ਦੱਸ ਦਾਂਗਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਰਿਲੇਟ ਕਰਕੇ ਪੜ੍ਹ ਸਕਦੇ ਹੋ। 1926 ਚ, 1927 ਚ, 1928 ਚ, 1929 ਚ। ਸਭ ਤੋਂ ਸੌਖਾ ਕੁਐਸਚਨ ਜੇਕਰ PSSB ਕਲਰਕ ਪੇਪਰ ਦਾ ਸਭ ਤੋਂ ਸੌਖਾ ਕੁਐਸਚਨ ਮੈਂ ਮਾਰਨਿੰਗ ਸ਼ਿਫਟ 'ਚ ਕਹਾਂ ਤਾਂ ਆਹ ਕੁਐਸਚਨ ਸੀਗਾ ਸਭ ਤੋਂ ਸੌਖਾ, ਜਿਹੜਾ ਤੁਸੀਂ ਬਚਪਨ ਤੋਂ ਪੜ੍ਹਦੇ ਆਉਂਦੇ ਹੋ।
ਸੋ ਤੁਸੀਂ ਸੋਚ ਲਿਆ 1928 ਈਸਵੀ ਦੇ ਵਿੱਚ ਮਹਾਰਾਜਾ ਆਪਣਾ ਲਾਲਾ ਲਾਜਪਤ ਰਾਏ ਸਾਹਿਬ ਦੀ ਮੌਤ ਹੋਈ ਸੀ। ਦੇਖੋ ਆਪਾਂ ਸਾਰਿਆਂ ਨੂੰ ਪਤਾ ਕਿ 1928 ਚ ਸਾਈਮਨ ਕਮਿਸ਼ਨ ਭਾਰਤ ਆਇਆ ਸੀ। 1928 ਦੇ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਭਗਤ ਸਿੰਘ ਤੇ ਇਹਨਾਂ ਨੇ ਮਿਲ ਕੇ, ਤੇ ਉਸ ਤੋਂ ਬਾਅਦ ਲਾਠੀ ਚਾਰਜ ਹੋਇਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਸੀ। ਸੋ ਨਾਲ ਰਿਲੇਟ ਕਰਕੇ ਪੜ੍ਹ ਲਿਆ ਕਰੋ, ਕਈ ਵਾਰ ਤੁਹਾਨੂੰ ਨਹੀਂ ਯਾਦ ਹੁੰਦਾ ਕਿ ਯਾਰ 1928 ਦੇ ਵਿੱਚ ਕੀ ਹੁੰਦਾ ਵਾ, ਹਨਾ। ਸੋ ਤੁਸੀਂ ਇਸ ਤਰ੍ਹਾਂ ਆਪਣਾ ਕਰ ਸਕਦੇ ਹੋ, ਠੀਕ ਹੈ ਜੀ। ਸੋ ਹੋ ਗਿਆ। ਹੁਣ ਇੱਕ ਪੇਪਰ ਹੋਇਆ ਸੀ, ਸੋ ਇਹ ਆਪਣੀਆਂ ਮੋਸਟ ਇੰਪੋਰਟੈਂਟ ਪਰਸਨੈਲਿਟੀ ਦੇ ਵਿੱਚ ਮੇਰਾ ਐਡ ਕੀਤਾ ਹੋਇਆ ਵਾ, ਇਹ ਵੀ ਤੁਹਾਡਾ ਲਾਲਾ ਲਾਜਪਤ ਰਾਏ ਪੂਰਾ ਕਵਰ ਹੋ ਜਾਏਗਾ। ਤੁਸੀਂ ਇਹਦੇ ਵਿੱਚ ਨਾ ਕੋਆਪਰੇਟਿਵ ਕਲਰਕ ਦੇ ਵਿੱਚ ਇੱਕ ਪੇਪਰ ਦੇ ਵਿੱਚ ਕੁਐਸਚਨ ਆ ਗਿਆ ਸੀ ਇਹਦਾ ਕਿ ਲਾਲਾ ਲਾਜਪਤ ਰਾਏ ਕਿਹੜੇ ਜ਼ਿਲ੍ਹੇ ਦੇ ਢੁੱਡੀ ਕੇ ਪਿੰਡ ਦੇ ਨਾਲ ਤਾਲੁਕਾਤ ਰੱਖਦੇ ਨੇ, ਇਹ ਕਿਹੜੇ ਜ਼ਿਲ੍ਹੇ 'ਚ ਸਥਿਤ ਆ, ਜ਼ਿਲ੍ਹਾ ਵੀ ਪੁੱਛ ਲਿਆ ਸੀ ਉਹਨਾਂ ਨੇ। ਦੇਖੋ ਕਈ ਵਾਰ ਇਦਾਂ ਦਾ ਕੁਐਸਚਨ ਵੀ ਪੁੱਛ ਲੈਂਦੇ ਆ। ਸੋ ਢੁੱਡੀ ਕੇ ਜ਼ਿਲ੍ਹਾ ਵਾ ਜਿਹੜਾ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ, ਠੀਕ ਆ। ਸੋ ਇਹ ਵੀ ਹੋ ਗਿਆ ਆਪਣਾ, ਠੀਕ ਆ। ਸੋ ਇੱਕ ਕੁਐਸਚਨ ਤੁਹਾਡਾ ਹੋਰ ਕਵਰ ਹੋ ਗਿਆ। ਸੋ ਕੋਸ਼ਿਸ਼ ਕਰਿਆ ਕਰੋ ਨਾ, ਇੱਕ ਛੋਟੀ ਜਿਹੀ ਨੋਟਬੁੱਕ ਲੈ ਲਓ ਤੁਸੀਂ, ਜਿਹੜੀ ਮੈਂ ਐਡੀਸ਼ਨਲ, ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ, ਇਹ ਤਾਂ ਤੁਹਾਨੂੰ ਜਿਹੜੀ ਮੈਂ ਬੋਲਦੀ ਪਤਾ ਲੱਗ ਗਿਆ। ਕਈ ਵਾਰ ਜਿਹੜੀ ਚੀਜ਼ ਨਹੀਂ ਲਿਖੀ ਹੁੰਦੀ ਨਾ, ਇੱਕ ਛੋਟੀ ਜਿਹੀ ਨੋਟਬੁੱਕ ਲੈ ਲਿਆ ਕਰੋ, ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਤੁਸੀਂ ਆਪਦਾ ਨੋਟ ਡਾਊਨ ਕਰ ਲਓ, ਠੀਕ ਆ। ਇਦਾਂ ਦੇ ਪੁਆਇੰਟ ਇਹ ਜ਼ਰੂਰੀ ਹੁੰਦੇ ਨੇ। ਵੈਸੇ ਜਦੋਂ ਆਪਾਂ ਕੋਆਪਰੇਟਿਵ ਕਲਰਕ ਦਾ ਪੇਪਰ ਐਨਾਲਾਈਜ਼ ਕਰਾਂਗੇ ਉਹਦੇ 'ਚ ਹੋ ਜਾਊਗੀ। ਹਰੀ ਸਿੰਘ ਨਲਵਾ ਦੀ ਮੌਤ ਕਦੋਂ ਹੋਈ ਸੀ, ਠੀਕ ਆ ਜੀ। 1837 'ਚ, 1838 'ਚ, 1839 'ਚ ਜਾਂ 1840 'ਚ, ਦੱਸੋ ਜੀ। ਸੋ ਬਿਲਕੁਲ ਸਹੀ ਜੀ, 1837 ਦੇ ਵਿੱਚ ਹਰੀ ਸਿੰਘ ਨਲੂਆ ਦੀ ਮੌਤ ਹੋਈ ਸੀ। 1839 ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ, ਠੀਕ ਆ। ਸੋ ਹਰੀ ਸਿੰਘ ਨਲੂਆ ਦਾ ਆਪਾਂ ਨੂੰ ਅਲੱਗ ਤੋਂ ਟੌਪਿਕ ਕਰਨਾ ਪੈਣਾ। ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਆਪਣੇ ਉਸ ਟਾਈਮ ਦੇ ਉੱਤੇ ਸੈਨਾ ਸੀਗੀ, ਠੀਕ ਆ, ਸਿੱਖ ਸੈਨਾ ਸੀਗੀ, ਉਹਦੇ ਕਮਾਂਡਰ ਇਨ ਚੀਫ ਸੀਗੇ। ਇਹ ਮੈਂ ਉਹਦੇ ਵਿੱਚ ਤਾਂ ਕਵਰ ਨਹੀਂ ਕਰਾਇਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਆਪਾਂ ਬਹੁਤ ਕੁਝ ਪੜ੍ਹਨਾ ਸੀ। ਸੋ ਕਨਫਿਊਜ਼ ਨਾ ਹੋਈਏ, ਮੋਸਟ ਇੰਪੋਰਟੈਂਟ ਪਰਸਨੈਲਿਟੀ ਪੰਜਾਬ ਦੀਆਂ ਦੇ ਵਿੱਚ ਮੈਂ ਇਹ ਵੀ ਐਡ ਕੀਤਾ ਹੋਇਆ, ਠੀਕ ਆ। ਸੋ ਇਹ ਤੁਹਾਨੂੰ ਆਪਾਂ ਨੂੰ ਅੱਡ ਤੋਂ ਪੜ੍ਹਨਾ ਪੈਣਾ ਕਿਉਂਕਿ ਇਹਦੇ ਉੱਤੇ ਵੀ ਕੁਐਸਚਨ ਇੱਕ ਅੱਧਾ ਬਣ ਸਕਦਾ ਵੀ ਕਿੱਧਰੋਂ ਘੁਮਾ ਕੇ ਪੁੱਛ ਲਵੇ, ਉਹ ਵੀ ਆਪਾਂ ਨੂੰ ਕਰਨਾ ਪੈਣਾ ਮੈਂ ਇਹ, ਠੀਕ ਆ। ਫਿਲਹਾਲ ਤੁਸੀਂ 1837 ਯਾਦ ਕਰ ਲਓ, ਠੀਕ ਆ। 1837 ਦੇ ਵਿੱਚ ਇਹਨਾਂ ਦਾ ਉਹ ਸੀਗਾ। ਸੋ ਥੋੜਾ ਜਿਹਾ ਨਾ ਮੈਂ ਤੁਹਾਨੂੰ ਇਹਦਾ ਓਵਰਵਿਊ ਦੇ ਦਿੰਦਾ। ਹਰੀ ਸਿੰਘ ਨਲੂਆ ਦਾ ਜਿਹੜਾ ਜਨਮ ਹੋਇਆ ਸੀ, ਅਗਰ ਤੁਹਾਡੇ ਕੋਲ ਨੋਟਬੁੱਕ ਹੈਗੀ ਆ ਤਾਂ ਤੁਸੀਂ ਨੋਟ ਕਰ ਲਓ, 30 ਅਪ੍ਰੈਲ, ਠੀਕ ਆ ਜੀ। 30 ਅਪ੍ਰੈਲ ਆਪਣਾ 1837 ਨੂੰ ਇਹਨਾਂ ਦੀ ਮੌਤ ਹੋਈ ਸੀ, ਠੀਕ ਆ ਜੀ। ਇਹ ਮੌਤ ਹੋਈ ਸੀ 30 ਅਪ੍ਰੈਲ 1837 ਨੂੰ ਇਹਨਾਂ ਦੀ ਮੌਤ ਹੋਈ ਸੀ। ਜਮਰੂਦ ਕਿਲੇ ਦੇ ਵਿੱਚ ਅਫਗਾਨੀਆਂ ਦੇ ਨਾਲ ਜੋ ਲੜਾਈ ਹੋ ਰਹੀ ਸੀ ਨਾ, ਉਦੋਂ ਇਹਨਾਂ ਦੀ ਮੌਤ ਹੋ ਗਈ ਸੀ। ਸੋ ਇਹਨਾਂ ਦਾ ਜਨਮ ਕਦੋਂ ਹੋਇਆ ਸੀ? ਇਹਨਾਂ ਦਾ ਜਨਮ ਹੋਇਆ ਸੀ ਜੀ 1791 ਈਸਵੀ ਦੇ ਵਿੱਚ ਗੁੱਜਰਾਂਵਾਲਾ ਪਾਕਿਸਤਾਨ 'ਚ। ਗੁੱਜਰਾਂਵਾਲਾ ਪਾਕਿਸਤਾਨ ਉਹੀ ਆਪਣਾ ਪਾਕਿਸਤਾਨ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ, ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ? 1780 ਦੇ ਵਿੱਚ, ਠੀਕ ਆ। ਸੋ ਇਦਾਂ ਤੁਸੀਂ ਥੋੜਾ ਜਿਹਾ ਨਾ ਰਿਲੇਟ ਕਰਕੇ ਪੜ੍ਹੋਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋ ਜਾਣਗੀਆਂ। ਸੂਫੀਵਾਦ ਆ ਜਿਹੜਾ, ਸੂਫੀਵਾਦ ਦੇ ਵਿੱਚ ਸੂਫੀ, ਇੱਕ ਹੋਰ ਕੁਐਸਚਨ ਦੇਖ ਲਓ ਜੀ, ਸੂਫੀਜ਼ਮ ਦਾ ਆ ਗਿਆ ਸੂਫੀ। ਸੋ ਮਾਰਨਿੰਗ ਦੇ ਵਿੱਚ ਜ਼ਿਆਦਾ ਆਏ ਹੋਏ ਸੀ, ਮਾਰਨਿੰਗ ਸ਼ਿਫਟ 'ਚ। ਜਿਹੜੀ ਈਵਨਿੰਗ ਸ਼ਿਫਟ ਹੋਈ ਸੀ ਨਾ, ਜਿਹੜੇ ਕਿ ਆਪਾਂ ਕੱਲ੍ਹ ਨੂੰ ਕਰਾਂਗੇ, ਕੱਲ੍ਹ ਨੂੰ ਆਪਾਂ ਈਵਨਿੰਗ ਸ਼ਿਫਟ ਵੀ ਕਰ ਲੈਣੀ ਆ ਇਹਦੀ। ਸੋ ਈਵਨਿੰਗ ਸ਼ਿਫਟ 'ਚ ਸੂਫੀਜ਼ਮ ਥੋੜਾ ਜਿਹਾ ਘੱਟ ਪੁੱਛਿਆ ਹੋਇਆ ਸੀ। ਉਹਦੇ ਵਿੱਚ ਥੋੜੇ ਜਿਹੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜੀਕੇ ਜਿਹੜੀ ਮਾਰਨਿੰਗ ਸ਼ਿਫਟ ਦੇ ਵਿੱਚ ਆਈ ਸੀ ਉਹ ਥੋੜੀ ਜੀ ਆਪਾਂ ਕੁਝ ਕੁਐਸਚਨ ਕਹਿ ਸਕਦੇ ਹਾਂ ਕਿ ਥੋੜੇ ਜਿਹੇ ਔਖੇ ਆਏ ਸੀ। ਪੁੱਛਿਆ ਸੀ ਤਾਂ ਬਿਲਕੁਲ ਸੌਖਾ ਵੀ ਪੁੱਛਿਆ ਹੋਇਆ ਸੀ, ਅਗਰ ਥੋੜੇ ਜਿਹੇ ਔਖੇ ਕੁਐਸਚਨ ਵੀ ਕਹਿ ਸਕਦੇ ਹਾਂ ਆਪਾਂ, ਜਿਹੜੇ ਕਿ ਸ਼ਾਇਦ ਘੱਟ ਪੜ੍ਹੇ ਨੇ ਆਪਣੇ। ਸੂਫੀਵਾਦ 'ਚ ਵੱਲੀ ਸ਼ਬਦ ਦਾ ਦੱਸੋ ਜੀ ਕੀ ਅਰਥ ਹੁੰਦਾ ਵਾ? ਇੱਕ ਲੜੀ ਹੁੰਦਾ, ਰੱਬ ਦੇ ਮਿੱਤਰ ਹੁੰਦਾ, ਇੱਕ ਦੁਸ਼ਮਣ ਹੁੰਦਾ ਜਾਂ ਇੱਕ ਵਿਰੋਧੀ ਹੁੰਦਾ। ਸੋ ਇਹਦੇ ਵਿੱਚ ਥੋੜਾ ਜਿਹਾ ਸੂਫੀਜ਼ਮ ਇਹਨਾਂ ਨੇ ਜ਼ਿਆਦਾ ਪੁੱਛ ਲਿਆ ਸੀਗਾ। ਰੱਬ ਦੇ ਮਿੱਤਰ, ਬਿਲਕੁਲ ਸਹੀ ਜੀ, ਰੱਬ ਦੇ ਮਿੱਤਰ ਆਪਣਾ ਸਹੀ ਚਲਾ ਜਾ। ਸੋ ਇਹਦੇ ਉੱਤੇ ਆਪਾਂ ਜ਼ਿਆਦਾ ਟਾਈਮ ਨਹੀਂ ਕਰਾਂਗੇ। ਇਹਨਾਂ ਦੇ ਵਿੱਚ ਉਹਨਾਂ ਨੇ ਪੁੱਛਿਆ ਜੀ ਨਹਿਰੂ ਕੱਪ ਕਿਹਦੇ ਨਾਲ ਐਸੋਸੀਏਟਡ ਆ? ਹਾਕੀ ਦੇ ਨਾਲ, ਕ੍ਰਿਕਟ ਦੇ ਨਾਲ, ਫੁੱਟਬਾਲ ਨਾਲ, ਟੇਬਲ ਟੈਨਿਸ ਆ। ਸੋ ਸਪੋਰਟਸ 'ਚੋਂ ਕੁਐਸਚਨ ਆਇਆ ਹੋਇਆ ਵਾ ਇਹ। ਸੋ ਜਦੋਂ ਤੁਸੀਂ ਕਰੰਟ ਅਫੇਅਰ ਜਾਂ ਸਟੈਟਿਕ ਜੀਕੇ ਦੇ ਵਿੱਚ ਆਪਾਂ ਟਰੋਫੀਜ਼ ਵਗੈਰਾ ਸਾਰੇ ਸਪੋਰਟਸ ਬਾਰੇ ਕਰਾਂਗੇ ਨਾ, ਉਹਦੇ ਵਿੱਚ ਤੁਹਾਡੇ ਇਹ ਸਾਰੇ ਕੁਐਸਚਨ ਕਵਰ ਹੋਣਗੇ। ਕਿਉਂਕਿ ਇਹਦੇ ਵਿੱਚ ਕਈ ਵਾਰ ਕੁਐਸਚਨ ਇੱਦਾਂ ਪੁੱਛਦੇ ਆ ਕਿ ਟਰਮ ਯੂਜ਼ ਕਿਵੇਂ ਕੀਤੀ ਜਾਂਦੀ ਆ। ਜਿਵੇਂ ਮੰਨ ਲਓ ਕਈ ਵਾਰ ਪੁੱਛ ਲੈਣਗੇ ਤੁਹਾਨੂੰ ਗੁਗਲੀ ਕਿਹਦੇ ਵਿੱਚ ਯੂਜ਼ ਹੁੰਦੀ ਆ, ਜਿੱਦਾਂ ਕ੍ਰਿਕਟ ਦੇ ਵਿੱਚ ਯੂਜ਼ ਹੁੰਦੀ ਆ। ਸੋ ਇੱਦਾਂ ਦੀਆਂ ਚੀਜ਼ਾਂ ਉਹ ਤੁਹਾਨੂੰ ਸਟੈਟਿਕ ਜੀਕੇ ਦੇ ਵਿੱਚ ਪੁੱਛ ਸਕਦੇ ਨੇ, ਠੀਕ ਆ। ਸੋ ਆਪ ਸਾਰੇ ਕੁਐਸਚਨ ਆਪਣੇ ਸਟੈਟਿਕ ਜੀਕੇ 'ਚ ਕਵਰ ਹੋਣਾ, ਪਰ ਆਪਾਂ ਕਰਾਂਗੇ ਇੰਪੋਰਟੈਂਟ, ਠੀਕ ਆ। ਸੋ ਇਹਨਾਂ ਦੇ ਵਿੱਚੋਂ ਜਿਹੜਾ ਨਹਿਰੂ ਕੱਪ ਆ ਨਾ, ਨਹਿਰੂ ਕੱਪ ਆਪਣਾ ਰਿਲੇਟਡ ਆ ਜੀ, ਸੀ ਆਪਸ਼ਨ ਆਪਣੀ ਫੁੱਟਬਾਲ ਸਹੀ ਹੋ ਗਈ, ਫੁੱਟਬਾਲ ਦੇ ਨਾਲ ਐਸੋਸੀਏਟਡ ਆ, ਠੀਕ ਆ ਜੀ। ਸੋ ਇਹਦੇ ਵਿੱਚ ਨਾ ਥੋੜੀ ਜਿਹੀ, ਚਲੋ ਅਜੇ ਮੈਂ ਤੁਹਾਨੂੰ ਕਨਫਿਊਜ਼ ਨਹੀਂ ਕਰਦਾਗਾ। ਸੋ ਤੁਸੀਂ ਕਨਫਿਊਜ਼ ਨਹਿਰੂ ਕੱਪ, ਠੀਕ ਆ ਜੀ, ਨਹਿਰੂ ਕੱਪ ਕਨਫਿਊਜ਼ ਨਹੀਂ ਹੋਣਾ, ਨਹਿਰੂ ਕੱਪ ਫੁੱਟਬਾਲ ਨਾਲ, ਠੀਕ ਆ। ਬਾਕੀ ਆਪਾਂ ਫਿਰ ਕਰਾਂਗੇ, ਕੋਈ ਨਹੀਂ, ਜਦੋਂ ਆਪਣਾ ਹੋ ਗਿਆ। ਸੋ ਹੁਣ ਆਪਣੀ ਵੀਡੀਓ ਬਹੁਤ ਲੰਬੀ ਹੋ ਜੂਗੀ। ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬ ਦਾ ਪ੍ਰਾਚੀਨ ਨਾਮ ਨਹੀਂ ਹੈ? ਦੱਸੋ ਜੀ। ਪੰਜਾਬ ਦਾ ਪ੍ਰਾਚੀਨ ਨਾਮ ਪੁੱਛ ਲਿਆ, ਕਿਹੜਾ ਨਹੀਂ ਗਾ? ਸਪਤ ਸਿੰਧੂ, ਬ੍ਰਹਮਰਤ, ਟਾਕੀ ਜਾਂ ਮਿਹਰਾਨ? ਦੱਸੋ ਜੀ। ਸੋ ਇਹ ਵੀ ਥੋੜਾ ਜਿਹਾ ਉਹਨਾਂ ਨੇ ਉਸ ਤਰ੍ਹਾਂ ਨਾਲ ਪੁੱਛ ਲਿਆ, ਠੀਕ ਆ। ਥੋੜਾ ਜਿਹਾ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਔਖਾ ਕੁਐਸਚਨ ਆ, ਕਾਫੀ ਬੱਚਿਆਂ ਨੇ ਇਹ ਕੁਐਸਚਨ ਪੜ੍ਹਿਆ ਵੀ ਨਹੀਂ ਹੋਊਗਾ। ਸੋ ਮਿਹਰਾਨ ਇੱਕ ਇਹੋ ਜਿਹਾ ਸੀਗਾ ਜਿਹੜਾ ਕਿ ਪ੍ਰਾਚੀਨ ਨਾਮ ਨਹੀਂ ਆ। ਬ੍ਰਹਮਰਤ ਵੀ ਕਹਿੰਦੇ ਸੀ, ਟਾਕੀ ਵੀ ਕਹਿੰਦੇ ਸੀ, ਸਪਤ ਸਿੰਧੂ ਵੀ ਕਹਿੰਦੇ ਸੀਗੇ, ਠੀਕ ਆ ਜੀ। ਨੈਕਸਟ ਕੁਐਸਚਨ ਆ ਗਿਆ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਵਾਜ਼ ਦਾ, ਇਹਨਾਂ ਚੋਂ ਕਿਹੜੀ ਪਹਿਲੀ ਭਾਰਤੀ 70 mm ਫਿਲਮ ਸੀ? ਠੀਕ ਆ, 70 mm ਫਿਲਮ ਪੁੱਛ ਲਈ ਉਹਨਾਂ ਨੇ ਕਿ ਕਿਹੜੀ ਸੀ। ਸ਼੍ਰੀ 420 ਸੀ, ਠੀਕ ਆ ਜੀ। ਸੋ ਥੋੜੀ ਜਿਹੀ ਕਲੀਅਰ ਘੱਟ ਆਏ ਫੋਟੋ। ਸ਼੍ਰੀ 420, ਅਰਾਊਂਡ ਦੀ ਵਰਲਡ, ਪਾਕੀਜ਼ਾ ਜਾਂ ਅਲਮਾਰਾ? ਦੇਖੋ ਜੀ,
ਸੋ ਇਹ ਵੀ ਸਟੈਟਿਕ ਜੀਕੇ ਦਾ। ਫਿਲਮਾਂ ਦੇ ਵਿੱਚੋਂ ਵੀ ਤੁਹਾਨੂੰ ਤੁਸੀਂ ਦੇਖੋਗੇ ਜਦੋਂ ਆਪਾਂ ਫਿਲਮ ਦਾ ਸਪੋਰਟਸ ਦਾ ਟੌਪਿਕ ਕਰਾਂਗੇ ਇਹਦੇ ਵਿੱਚ ਟੌਪਿਕ ਆਪਾਂ ਫੋਲੋ ਕਰ ਰਹੇ ਨੇ। ਸਟੈਟਿਕ ਜੀਕੇ ਦੇ ਵਿੱਚ ਆਪਾਂ ਇੱਦਾਂ ਅੰਧਾ ਧੁਨ ਇੱਦਾਂ MCQ ਨਹੀਂ ਕਰਦੇ ਕਿ 100 MCQ ਕਰ ਲਿਆ 200 ਕਰ ਲਿਆ, ਆਪਾਂ ਟੌਪਿਕ ਫੋਲੋ ਕਰਾਂਗੇ। ਜਿੱਦਾਂ ਫਿਲਮਾਂ ਦਾ ਟੌਪਿਕ ਕਰ ਲਿਆ ਦਾਦਾ ਸਾਹਿਬ ਫਾਲਕੇ ਪਹਿਲੀ ਫਿਲਮ ਹੈ, ਪਹਿਲੀ 70mm ਫਿਲਮ ਹੈ, ਪਹਿਲੀ ਸਾਇਲੈਂਟ ਫਿਲਮ, ਪਹਿਲੀ ਫੀਚਰ ਫਿਲਮ ਹੈ, ਪਹਿਲੇ ਅਵਾਰਡੀ ਕੌਣ ਸੀਗੇ ਦਾਦਾ ਸਾਹਿਬ ਫਾਲਕੇ, ਇੱਦਾਂ ਸਾਰਿਆਂ ਦੇ ਜਦੋਂ ਆਪਾਂ ਪੂਰੇ ਟੌਪਿਕ ਕਰਾਂਗੇ ਨਾ ਇੱਕ ਟੌਪਿਕ 'ਚ ਉਹਦੇ 'ਚ ਆਪਣਾ ਸਾਰਾ ਕਵਰ ਹੋ ਜਾਏਗਾ। ਫਿਰ ਉਸ ਤੋਂ ਬਾਅਦ ਆਪਾਂ MCQ ਕਰਾਂਗੇ, ਠੀਕ ਆ। ਸੋ ਇਹਦੀ ਆਪਣੀ ਬਿਲਕੁਲ ਸਹੀ ਦਾ ਅਰਾਊਂਡ ਦੀ ਵਰਲਡ ਮੂਵੀ ਸੀਗੀ ਨਾ ਜਿਹੜੀ, ਇਹ ਆਪਣੀ ਕਹਿ ਸਕਦੇ ਹਾਂ ਕਿ ਆਪਣੀ ਪਹਿਲੀ 70mm ਫਿਲਮ ਸੀਗੀ, ਠੀਕ ਆ ਜੀ। ਸੋ ਇਹ ਜਿਹੜੀ ਆਪਣੀ ਸੀਗੀ ਰਾਜ ਕਪੂਰ ਇਹਦੇ ਸੀਗੇ ਆਪਣੇ ਰਾਜ ਕਪੂਰ ਇਹਦੇ ਅਭਿਨੇਤਾ ਸੀਗੇ ਤੇ ਸ਼ਾਇਦ ਪੱਕਾ ਨਹੀਂ ਮੈਂ ਕਹਾਂ 1967 ਈਸਵੀ 'ਚ ਆਈ ਸੀ, ਠੀਕ ਆ 1967 'ਚ ਆਈ ਸੀ ਜੀ, ਹਾਂ 1967 ਦੇ ਨੇੜੇ ਤੇੜੇ ਆਈ ਸੀ। ਸੋ ਨੈਕਸਟ ਆ ਗਿਆ ਗੁਰੂ ਨਾਨਕ ਦੇਵ ਜੀ ਡੈਸ਼ ਦੇ ਸਮਰਾਟ ਡੈਸ਼ ਦੇ ਕਾਰਜਕਾਲ ਦੌਰਾਨ ਗੁਰੂ ਸਨ। ਬਾਬਰ, ਬਹਾਦਰ ਸ਼ਾਹ 2, ਹਮਾਯੂੰ ਜਾਂ ਜਹਾਂਗੀਰ, ਦੱਸੋ ਜੀ। ਸੋ ਅਗਰ ਤੁਸੀਂ ਆਪਣੀ ਪੰਜਾਬ ਜੀਕੇ ਦੀ ਕਲਾਸ ਦੇਖੀ ਆ ਤਾਂ ਤੁਸੀਂ ਇਹਦੇ 'ਚ ਕਨਫਿਊਜ਼ ਨਹੀਂ ਹੋਣਾ ਚਾਹੀਦੇਗੇ। ਜੇ ਤੁਸੀਂ ਨਹੀਂ ਦੇਖੀਗੀ ਆਪਣੀ ਪੰਜਾਬ ਜੀਕੇ ਦੀ ਕਲਾਸ ਤਾਂ ਤੁਸੀਂ ਇਹ 'ਚ ਕਨਫਿਊਜ਼ ਹੋਵੋਗੇ। ਸੋ ਇਹ ਪੇਪਰ ਦੇ ਵਿੱਚ ਇਹ ਕੁਐਸਚਨ ਹੀ ਕਨਫਿਊਜ਼ਿੰਗ ਪਾਇਆ ਹੋਇਆ ਸੀ ਉਹਨਾਂ ਨੇ। ਸੋ ਇਹ ਜਿਹੜਾ ਕੁਐਸਚਨ ਸੀ ਨਾ ਤੁਹਾਨੂੰ ਮੈਂ ਦੱਸ ਦਿੰਦਾ ਵਾਂ, ਇਹ ਕੁਐਸਚਨ ਡਰੋਪਡ ਕੁਐਸਚਨ ਆ, ਡਰੋਪ ਕਰਤਾ ਸੀਗਾ PSSB ਨੇ, ਠੀਕ ਆ ਜੀ। PSSB ਨੇ ਡਰੋਪ ਕਰਤਾ ਸੀ। ਰੀਜ਼ਨ ਕੀ ਸੀ ਇਹਦਾ ਜੀ, ਹੁਣ ਉਹਨਾਂ ਨੇ ਪੁੱਛਿਆ ਜੀ ਗੁਰੂ ਨਾਨਕ ਦੇਵ ਜੀ ਕਿਹੜੇ ਮਤਲਬ ਐਮਪੀਰੀਅਰ ਕਿਹੜਾ ਸੀਗਾ ਜਿਹਦੇ ਮਤਲਬ ਸ਼ਾਸਨ ਦੇ ਦੌਰਾਨ ਕਿਹੜੇ ਸਮਰਾਟ ਦੇ ਸ਼ਾਸਨ ਦੌਰਾਨ ਗੁਰੂ ਸੀ, ਠੀਕ ਹੈ ਜੀ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਦਾ ਸੋ ਮੁਗਲ ਕਾਲ ਦੀ ਆਪਣੀ ਕਲਾਸ ਅਜੇ ਰਹਿੰਦੀ ਆ, ਪਰ ਮੈਂ ਫੇਰ ਵੀ ਤੁਹਾਨੂੰ ਇਹ ਪੰਜਾਬ ਜੀਕੇ 'ਚ ਕਵਰ ਕਰਵਾਇਆ ਹੋਇਆ ਵਾ। ਦੇਖੋ ਹੁਣ ਇਹ ਕਿਉਂ ਡਰੋਪ ਕੀਤਾ ਜੀ। ਗੁਰੂ ਨਾਨਕ ਦੇਵ ਜੀ ਦਾ ਆਪਾਂ ਪੜ੍ਹਿਆ ਸੀ ਕਿ 1539 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ। 1469 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਠੀਕ ਹੈ। ਸਾਰਾ ਆਪਾਂ ਕੀਤਾ ਹੋਇਆ ਨਾ। ਹੁਣ ਤੁਸੀਂ ਦੇਖੋ ਜੀ ਬਾਬਰ ਦਾ ਜਿਹੜਾ ਕਾਰਜਕਾਲ ਆਪਾਂ ਦੇਖਿਆ ਸੀ ਕਿ 1530 ਦੇ ਵਿੱਚ ਤਾਂ ਬਾਬਰ ਦੀ ਮੌਤ ਹੋ ਗਈ। ਉਸ ਤੋਂ ਬਾਅਦ ਕੌਣ ਬਣਿਆ ਸੀਗਾ ਸ਼ਾਸਕ, ਕਿਹੜਾ ਬਣਿਆ ਸੀ, ਹੁਮਾਯੂੰ ਬਣਿਆ ਸੀ ਨਾ, ਹੁਮਾਯੂੰ ਬਣ ਗਿਆ ਸੀ ਨਾ ਸ਼ਾਸਕ। ਫਿਰ ਹੁਮਾਯੂੰ ਬਣਿਆ 1530 ਤੋਂ 40 ਤੱਕ ਹੁਮਾਯੂੰ ਬਣਿਆ। ਸੋ ਇਹ ਵੀ ਆਪਣਾ ਕੀਤਾ ਹੋਇਆ ਵਾ। ਤੋ ਪੰਜਾਬ ਜੀਕੇ ਦੇ ਵਿੱਚ ਮੈਂ ਥੋੜਾ ਜਿਹਾ ਓਵਰਵਿਊ ਦਿੱਤਾ ਹੋਇਆ ਮੁਗਲ ਕਾਲ ਦਾ। ਸੋ ਜਿੰਨੇ ਵੀ ਆਪਣੇ ਡੈਂਸਿਟੀ ਬਣਦੀਆਂ ਨੇ ਥੋੜਾ ਓਵਰਵਿਊ ਮੇਰਾ ਦਿੱਤਾ ਹੋਇਆ, ਤੁਸੀਂ ਕਲਾਸ ਦੇਖ ਸਕਦੇ ਹੋ ਆਪਣੀਆਂ ਜਾ ਕੇ, ਮੱਧਕਾਲੀਨ ਇਤਿਹਾਸ ਦੇ ਨਾਮ ਨਾਲ ਆ, ਠੀਕ ਹੈ। ਬਟ ਡਿਟੇਲ ਦੇ ਵਿੱਚ ਆਪਾਂ ਇੱਕ ਅਲੱਗ ਕਲਾਸ 'ਚ ਮੁਗਲ ਕਾਲ ਕਰਨਾ ਵਾ, ਠੀਕ ਹੈ। ਵੈਸੇ ਥੋੜੀ ਜਿਹੀ ਮੇਰੀ ਡਿਟੇਲ ਇੰਨੀ ਕੁ ਦਿੱਤੀ ਹੋਈ ਆ ਕਿ ਤੁਹਾਨੂੰ ਪਤਾ ਲੱਗ ਜਾਏਗਾ, ਠੀਕ ਹੈ ਜੀ। 1530 ਦੇ ਵਿੱਚ ਇਹ ਹੋਇਆ। 1539 ਦੇ ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ। ਸੋ ਉਸ ਤੋਂ ਬਾਅਦ 1530 ਤੋਂ 40 ਤੱਕ ਤਾਂ ਆਪਣਾ ਇਹਦਾ ਸ਼ਾਸਨ ਸੀ ਨਾ ਹੁਮਾਯੂੰ ਦਾ। ਉਸ ਤੋਂ ਬਾਅਦ ਤਾਂ ਚਲੋ ਲੜਾਈ ਹੋਈ ਗਈ ਸੀ, ਇੱਕ ਵਾਰੀ ਇਹ ਆਪਣਾ ਚਲਿਆ ਗਿਆ ਸੀ, ਭੱਜ ਗਿਆ ਸੀਗਾ ਭਾਰਤ ਤੋਂ। ਉਸ ਤੋਂ ਬਾਅਦ ਇਹ ਵਾਪਸ ਆਇਆ ਸੀ 55-56 ਦੇ ਵਿੱਚ 15-16 ਸਾਲਾਂ ਬਾਅਦ। ਸੋ ਇਹ ਸਾਰਾ ਕੁਝ ਤੁਹਾਡਾ ਨਾ ਇੱਕ ਕਲਾਸ ਜਿਹੜੀ ਆਪਣੀ ਹੋਏਗੀ ਮੁਗਲ ਦੀ ਉਹਦੇ ਵਿੱਚ ਹੋ ਜਾਏਗਾ। ਵੈਸੇ ਮੇਰਾ ਕਰਵਾਇਆ ਹੋਇਆ ਇੱਕ ਵਾਰੀ, ਪਰ ਆਪਾਂ ਡਿਟੇਲ ਦੇ ਵਿੱਚ ਵੀ ਕਰ ਲਾਂਗੇ। ਸੋ ਇਹ ਵਾਲਾ ਕੁਐਸਚਨ ਬਟ ਤੁਹਾਡਾ ਆਰਾਮ ਨਾਲ ਕਵਰ ਹੋ ਰਿਹਾ ਸੀ ਸਿਰਫ ਪੰਜਾਬ ਜੀਕੇ ਦੀ ਕਲਾਸ 'ਚ। ਸੋ ਉਹਨਾਂ ਨੇ ਡਰੋਪ ਹੀ ਕਰਦਾ। ਜਿਹੜਾ ਕੁਐਸਚਨ ਨਾ ਡਰੋਪ ਹੁੰਦਾ ਜਿੱਦਾਂ ਇੱਦਾਂ ਆਹ ਵਾਲਾ ਕੁਐਸਚਨ ਡਰੋਪ ਹੋ ਗਿਆ ਸੀ, ਇਹਦੇ ਵਿੱਚ ਸਾਰਿਆਂ ਨੂੰ 1 ਨੰਬਰ ਮਿਲ ਜਾਂਦਾ ਹੁੰਦਾ ਵਾ। ਇਹੋ ਜਿਹੇ ਕੁਐਸਚਨ ਦੇ ਵਿੱਚ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਤੁਹਾਨੂੰ ਪਤਾ ਲੱਗ ਗਿਆ ਨਾ ਇੱਕ ਵਾਰੀ ਵੀ ਹਾਂ ਯਾਰ ਇਹਦੇ ਵਿੱਚ ਮੈਨੂੰ ਪਤਾ ਲੱਗ ਗਿਆ ਵੀ ਇਹ ਡਰੋਪ ਹੋ ਸਕਦਾ ਪੱਕਾ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡਰੋਪ ਹੋ ਸਕਦਾ, ਤਾਂ ਤੁਸੀਂ ਉਹਦੇ ਵਿੱਚ ਆਪਦਾ ਟੈਨਸ਼ਨ ਫਰੀ ਹੋ ਜਾਇਆ ਕਰੋ। ਸੋ ਉਹ ਵਾਲੇ ਕੁਐਸਚਨ ਦਾ 1 ਨੰਬਰ ਮਿਲ ਜਾਂਦਾ ਹੁੰਦਾ ਵਾ। ਕਹਿੰਦਾ ਹੇਠ ਲੱਗਿਆਂ ਵਿੱਚੋਂ ਕਿਸ ਸਾਲ ਵਿੱਚ ਭਾਰਤੀ ਕਵੀ ਧਨੀ ਰਾਮ ਚਾਤਰਿਕ ਪੰਜਾਬ ਸਾਹਿਤ ਸਭਾ ਦੇ ਪ੍ਰਧਾਨ। ਸੋ ਸਾਹਿਤ 'ਚੋਂ ਕੁਐਸਚਨ ਆ ਗਿਆ। ਅਗਲੀ ਕਲਾਸ ਆਪਣੀ ਸਾਹਿਤ ਦੀ ਆ, ਠੀਕ ਆ ਜੀ। 1926 ਈਸਵੀ ਵਿੱਚ, ਠੀਕ ਆ ਜੀ। ਕਹਿੰਦਾ ਜੀ ਗੋਬਿੰਦ ਸਾਗਰ ਡੈਮ ਕਿਹੜੀ ਨਦੀ ਤੇ ਸਥਿਤ ਆ। ਬਿਆਸ ਤੇ, ਸਤਲੁਜ ਤੇ, ਰਾਵੀ ਤੇ, ਚਨਾਬ ਤੇ। ਤਾਂ ਤੁਸੀਂ ਸਾਰਿਆਂ ਨੇ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਆਉਂਦਾ ਹੀ ਹੋਏਗਾ, ਠੀਕ ਆ ਜੀ। ਸੋ ਤੁਸੀਂ ਸੋਚ ਲਿਆ ਹੋਊਗਾ ਸਤਲੁਜ ਨਦੀ ਦੇ ਉੱਤੇ ਸਥਿਤ ਆ। ਨੈਕਸਟ ਕੁਐਸਚਨ ਕਰਾਂਗੇ ਜੀ ਆਪਾਂ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੇ ਕਿ ਪਹਿਲੀ ਟੈਸਟ ਸੈਂਚੁਰੀ ਮਾਰੀ ਸੀ ਇੰਡੀਅਨ ਨੈਸ਼ਨਲ ਕ੍ਰਿਕਟ ਟੀਮ ਵੱਲੋਂ, ਦੱਸੋ ਜੀ ਪਹਿਲੀ ਟੈਸਟ ਸੈਂਚੁਰੀ। ਇਹੋ ਜਿਹੇ ਕੁਐਸਚਨ ਦੇਖੋ ਸਪੋਰਟਸ ਦੇ ਵਿੱਚੋਂ ਕੁਐਸਚਨ ਆ ਗਿਆ ਨਾ ਸਟੈਟਿਕ ਜੀਕੇ ਚੋਂ। ਸੋ ਦੇਖੋ ਸਟੈਟਿਕ ਜੀਕੇ ਤੋਂ ਤੁਸੀਂ ਜ਼ਿਆਦਾਤਰ ਕੁਐਸਚਨ ਕਿਹਦੇ ਚੋਂ ਦੇਖੋਗੇ, ਇੱਕ ਸਪੋਰਟਸ, ਇੱਕ ਤੁਹਾਡਾ ਲਿਟਰੇਚਰ ਦੇ ਵਿੱਚੋਂ ਆਊਗਾ, ਠੀਕ ਹੈ। ਲਿਟਰੇਚਰ ਦੇ ਵਿੱਚੋਂ ਤੁਹਾਡੇ ਕੁਐਸਚਨ ਪੁੱਛੇ ਜਾਣਗੇ। 3 ਨੰਬਰ ਦੇ ਉੱਤੇ ਤੁਹਾਡਾ ਕਿਤੇ ਪੁੱਛੇ ਜਾਣਗੇ ਫਿਲਮਾਂ ਚੋਂ, ਠੀਕ ਹੈ ਜੀ। ਫਿਲਮ ਇੰਡਸਟਰੀ ਤੋਂ ਕੁਐਸਚਨ ਆਉਣਗੇ ਤੁਹਾਡੇ। ਸੋ ਇਹ ਵਾਲੇ 3 ਟੌਪਿਕ ਜਿਹੜੇ ਹੁੰਦੇ ਨੇ ਇਹ ਸਟੈਟਿਕ ਜੀਕੇ ਦੇ ਵਿੱਚ ਜ਼ਿਆਦਾ ਹੁੰਦੇ ਨੇ। ਇੱਕ ਜਿਹੜੇ ਫਸਟ ਦੇ ਵਿੱਚ ਆਉਂਦਾ ਜਿੱਦਾਂ ਕਿ ਫਸਟ ਮੇਲ ਫੀਮੇਲ ਇੱਦਾਂ ਦੇ ਕੁਐਸਚਨ ਆ ਸਕਦੇ ਨੇ। ਸੋ ਆਪਾਂ ਸਾਰਾ ਇਹ ਟੌਪਿਕ ਵਾਈਜ਼ ਕਰਾਂਗੇ, ਠੀਕ ਹੈ ਜੀ। ਨੈਕਸਟ ਵੀਕ ਤੋਂ ਆਪਣੀ ਸਟੈਟਿਕ ਜੀਕੇ ਦੀ ਕਲਾਸ ਸ਼ੁਰੂ ਹੋਣ ਲੱਗੀ ਆ। ਸੋ ਪਹਿਲੀ ਟੈਸਟ ਸੈਂਚੁਰੀ ਜਿਹੜੀ ਬਣਾਈ ਸੀ ਉਹ ਲਾਲਾ ਅਮਰਨਾਥ ਨੇ ਬਣਾਈ ਸੀ। ਹੁਣ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ 3 ਕੁਐਸਚਨ ਕਵਰ ਕਰਾ ਰਿਹਾ ਵਾਂ। ਜਿਹੜਾ ਆਪਾਂ ਨੂੰ ਹੋਗਾ ਕਿ ਪਹਿਲਾ ਵਨਡੇ ਇੰਟਰਨੈਸ਼ਨਲ ODI ਸੈਂਚੁਰੀ ਕਿਹਨੇ ਮਾਰੀ ਸੀ, ਠੀਕ ਆ। ਇਹ ਟੈਸਟ ਸੈਂਚੁਰੀ ਸੀ। ODI ਸੈਂਚੁਰੀ ਮਾਰੀ ਸੀ ਜੀ ਆਪਣੇ ਕਪਿਲ ਦੇਵ ਨੇ। ਕਪਿਲ ਦੇਵ ਨੇ ਵਨਡੇ ਇੰਟਰਨੈਸ਼ਨਲ ਦੇ ਵਿੱਚ 1983 ਵਰਲਡ ਕੱਪ ਦੇ ਵਿੱਚ 175 ਰਨ ਮਾਰੇ ਸੀ। ਉਹ ਪਹਿਲੀ ਸੈਂਚੁਰੀ ਸੀ ਭਾਰਤ ਵੱਲੋਂ ਵਨਡੇ ਇੰਟਰਨੈਸ਼ਨਲ ਦੇ ਵਿੱਚ। ਕਿਹਦੇ ਵਿਰੁੱਧ ਮਾਰੀ ਸੀ, ਜ਼ਿੰਬਾਬਵੇ ਦੇ ਵਿਰੁੱਧ। ਇਹਦੇ ਉੱਤੇ ਇੱਕ ਹੁਣ ਕਪਿਲ ਦੇਵ ਦੇ ਉੱਤੇ ਇੱਕ ਫਿਲਮ ਬਣੀ ਹੋਈ ਆ, ਤੁਸੀਂ ਉਹਦੇ ਵਿੱਚ ਅਗਰ ਜਿਹਨੇ ਦੇਖੀ ਹੋਊਗੀ ਉਹਨੂੰ ਤਾਂ ਪਤਾ ਲੱਗਾ। ਸੋ ਇਹ ਪਹਿਲੀ ਸੈਂਚੁਰੀ ਸੀ, ਠੀਕ ਹੈ। ਇੱਕ ਰਿਕਾਰਡ ਸੈਂਚੁਰੀ ਸੀ ਇਹ। ਸੋ ਜੇਕਰ ਤੁਹਾਨੂੰ ਪੁੱਛੇ ਕਿ T20 ਇੱਕ T20 ਕ੍ਰਿਕਟ ਹੁੰਦੀ ਆ, T20 ਕ੍ਰਿਕਟ ਦੇ ਵਿੱਚ ਕਿਹਨੇ ਪਹਿਲੀ ਵਾਰ ਸੈਂਚੁਰੀ ਮਾਰੀ ਆ ਆਪਣੇ ਭਾਰਤ ਵੱਲੋਂ,
ਸੋ ਇਹ ਮਾਰੀ ਆ ਜੀ ਸੁਰੇਸ਼ ਰੈਣਾ ਨੇ, ਠੀਕ ਹੈ ਜੀ। ਸੁਰੇਸ਼ ਰੈਣਾ ਨੇ ਮਾਰੀ ਆ T20 ਦੇ ਵਿੱਚ, ਸਾਊਥ ਅਫਰੀਕਾ ਦੇ ਵਿਰੁੱਧ ਮਾਰੀ ਸੀ 2010 ਦੇ ਵਿੱਚ ਨਾ, ਵਰਲਡ ਕੱਪ ਹੋਇਆ ਸੀਗਾ ਉਹਦੇ ਵਿੱਚ ਮਾਰੀ ਸੀ। ਸੋ ਬਾਕੀ ਸਾਰਾ ਤੁਹਾਡਾ ਜਦੋਂ ਮੈਂ ਕਿਹਾ ਨਾ, ਜਦੋਂ ਕ੍ਰਿਕਟ ਟੌਪਿਕ ਆਪਣਾ ਸਟੈਟਿਕ ਜੀਕੇ ਦੇ ਵਿੱਚ ਆ ਗਿਆ, ਫੁੱਟਬਾਲ ਕਰਾਂਗੇ, ਹਾਕੀ ਕਰਾਂਗੇ, ਜੋ ਜਿੰਨਾ ਵੀ ਆਪਾਂ ਸਾਰਾ ਪੂਰਾ ਕੰਪਲੀਟ ਕਰਾਂਗੇ, ਇਹਦੇ ਵਿੱਚ ਤੁਹਾਡੇ ਇਹੋ ਜਿਹੇ ਕੁਐਸਚਨ ਸਾਰੇ ਤੁਸੀਂ ਜਦੋਂ ਇੱਕ ਵਾਰੀ ਆਪਣੀ ਕਲਾਸਾਂ ਦੇਖ ਲਈਆਂ ਨਾ, ਤੁਸੀਂ ਆਰਾਮ ਦੇ ਨਾਲ ਸੋਲਵ ਕਰੋਗੇ ਇਹ ਵਾਲੇ ਕੁਐਸਚਨ। ਇਹੋ ਜਿਹੇ ਕੁਐਸਚਨ ਤਾਂ ਤੁਸੀਂ ਆਰਾਮ ਦੇ ਨਾਲ ਕਰ ਸਕਦੇ ਹੋ। ਫਿਰ ਬਸ ਇੱਕ ਦੋ ਵਾਰੀ ਤੁਹਾਨੂੰ ਆਇਆ ਕਿ ਵੀਡੀਓ ਦੇਖਣੀ ਪੈਣੀ ਆ, ਤੇ ਉਸ ਤੋਂ ਬਾਅਦ ਤੁਹਾਨੂੰ ਰਿਵੀਜ਼ਨ 2-3 ਵਾਰੀ ਕਰਨੀ ਪੈਣੀ ਆ ਹਰੇਕ ਟੌਪਿਕ ਦੀ। ਸੈਕਿੰਡ ਐਂਗਲੋ ਸਿੱਖ ਵਾਰ ਕਦੋਂ ਲੜੀ ਗਈ ਸੀ? ਆਪਾਂ ਹੁਣੇ ਅਜੇ ਪ੍ਰੀਵੀਅਸਲੀ ਇਹ ਕੀਤਾ ਵਾ, ਠੀਕ ਆ। ਸੈਕਿੰਡ ਐਂਗਲੋ ਸਿੱਖ ਵਾਰ ਦੀ ਆਪਾਂ ਕੀਤਾ ਹੋਇਆ ਵਾ ਸਾਰਾ, ਠੀਕ ਆ, ਟੌਪਿਕ ਚੰਗੀ ਤਰ੍ਹਾਂ। ਸੋ ਇਹ ਕੁਐਸਚਨ ਮੇਰਾ ਟੈਲੀਗ੍ਰਾਮ 'ਤੇ ਵੀ ਪਾਇਆ ਹੋਇਆ ਵਾ। ਸੋ ਫਿਰ ਵੀ ਉੱਥੇ ਕੁਛ ਸੋ ਬਹੁਤ ਸਾਰੇ ਕੈਂਡੀਡੇਟ ਨੇ ਸਹੀ ਲਾਇਆ ਸੀ ਇਹਦਾ, ਸੋ ਅਜੇ ਵੀ ਕੁਛ ਕੈਂਡੀਡੇਟ ਗਲਤ ਲਾ ਰਹੇ ਸੀ। ਸੋ ਤੁਸੀਂ ਨਾ ਥੋੜ੍ਹਾ ਜਿਹਾ ਕਲਾਸ ਨੂੰ ਇੱਕ ਵਾਰੀ ਕੋਸ਼ਿਸ਼ ਕਰਿਆ ਕਰੋ ਵੀਡੀਓ ਦੇ ਵਿੱਚ ਦੇਖੋ, ਕਿਉਂਕਿ ਵੀਡੀਓ ਜਦੋਂ ਕਰਦੇ ਹੁੰਦੇ ਆ, ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਲ ਮੇਰੇ ਮਾਈਂਡ ਦੇ ਵਿੱਚ ਉਦੋਂ ਆ ਜਾਂਦਾ ਹੁੰਦਾ ਕਿ ਇਹ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਆਇਆ ਹੋਇਆ ਕੁਐਸਚਨ ਆ, ਅਤੇ ਇਹ ਮੋਸਟ ਐਕਸਪੈਕਟਡ ਹੁੰਦਾ ਅਤੇ ਕਿਸ ਤਰ੍ਹਾਂ ਕੁਐਸਚਨ ਬਣਦਾ, ਠੀਕ ਆ। ਵੈਸੇ ਤਾਂ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ PDF, ਬਟ ਉਹਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾਲ ਦੱਸ ਦਿੰਦਾ ਕਿ ਇਹ ਐਕਸਪੈਕਟਡ ਕੁਐਸਚਨ ਬਣਦਾ। ਉਹਦੇ ਨਾਲ ਸਿਰਫ ਤੁਸੀਂ ਉਹਦੇ ਉੱਤੇ ਵੀ ਫੋਕਸ ਕਰੋਗੇ ਤਾਂ ਵੀ ਤੁਹਾਡਾ ਬੇੜਾ ਪਾਰ ਹੋ ਜਾਏਗਾ, ਠੀਕ ਆ। ਸੋ ਵੀਡੀਓ ਜ਼ਰੂਰ ਦੇਖਿਆ ਕਰੋ ਆਪਣੀ। ਸੋ ਬਾਅਦ 'ਚ PDF ਤੁਸੀਂ ਰਿਵਾਈਜ਼ ਕਰ, ਵੀਡੀਓ ਵੀ ਕੋਈ ਵੱਡੀ ਨਹੀਂ ਹੁੰਦੀ, 20-25 ਮਿੰਟ ਦੀ ਵੀਡੀਓ ਹੁੰਦੀ ਆ ਆਪਣੀ। ਸੈਕਿੰਡ ਐਂਗਲੋ ਸਿੱਖ ਵਾਰ ਜਿਹੜੀ ਕਿੱਥੇ ਲੜੀ ਗਈ ਸੀ ਇਹਨਾਂ ਦੇ ਵਿੱਚੋਂ? ਸੋ ਅੰਮ੍ਰਿਤਸਰ ਵੀ ਗਲਤ ਹੋ ਗਿਆ, ਕਾਬਲ ਵੀ ਗਲਤ ਹੋ ਗਿਆ, ਲਾਹੌਰ ਵੀ ਗਲਤ, ਚਿੜੀਆਂਵਾਲਾ ਆਪਣੀ ਵਿੱਚ ਲੜੀ ਗਈ ਸੀ 1848-49 ਦੇ ਵਿੱਚ ਇਹ ਲੜਾਈ ਹੋਈ ਸੀ। ਇਹਨਾਂ ਵਿੱਚੋਂ 1933 ਦੇ ਵਿੱਚ ਵਿਜ਼ਨ ਤੇ ਫਿਲਾਸਫੀ ਨੂੰ ਦੂਜਿਆਂ ਨਾਲ ਸਾਂਝਾ ਕਰਨ ਲਈ ਨਾਮਕ ਰਸਾਲਾ ਕਿਹਨੇ ਸ਼ੁਰੂ ਕੀਤਾ ਸੀ? ਪ੍ਰੀਤ ਲੜੀ, ਠੀਕ ਹੈ ਜੀ। ਪ੍ਰੀਤ ਲਾਰੀ ਨਾਮ ਦਾ, ਠੀਕ ਹੈ ਜੀ, ਪ੍ਰੀਤ ਲਾਰੀ ਨਾਮ ਦਾ ਇੱਕ ਰਸਾਲਾ ਸ਼ੁਰੂ ਕੀਤਾ ਸੀ। ਕਿਹਨੇ ਸ਼ੁਰੂ ਕੀਤਾ ਸੀ? ਇਹ ਸਾਹਿਤ ਦਾ ਕੁਐਸਚਨ ਹੈ, ਇਹ ਕੋਈ ਔਖਾ ਕੁਐਸਚਨ ਨਹੀਂ ਮੈਂ ਕਹਿ ਸਕਦਾ, ਇਹ ਕੋਈ ਔਖਾ ਕੁਐਸਚਨ ਨਹੀਂ, ਇਹ ਠੀਕ ਕੁਐਸਚਨ ਆ, ਠੀਕ ਹੈ। ਇਹ ਗੁਰਬਖਸ਼ ਸਿੰਘ ਨੇ ਸ਼ੁਰੂ ਕੀਤੀ ਸੀ। ਸੋ ਇਹ ਤਾਂ ਐਕਸਪੈਕਟਡ ਕੁਐਸਚਨ ਆਪਾਂ ਕਰਦੇ ਹਾਂ ਵੀ ਹਾਂ ਆ ਸਕਦਾ ਹੈ। ਸਾਹਿਤ ਆਪਣਾ ਅਗਲਾ ਚੈਪਟਰ ਹੁਣ ਸਾਹਿਤ ਹੀ ਆ, ਇਹਦੇ ਵਿੱਚ ਇਹ ਸਾਰੇ ਕਵਰ ਹੋ ਜਾਣਗੇ। ਯੂਨੀਵਰਸਿਟੀਆਂ ਦੇ ਕੁਐਸਚਨ ਆ ਗਿਆ ਪੰਜਾਬ ਦੀਆਂ, ਤੇ ਇਹਨਾਂ 'ਚੋਂ ਕਿਹੜੇ ਡਿਸਟ੍ਰਿਕਟ ਦੇ ਵਿੱਚ ਆ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਸਿਚੁਏਟਡ ਆ? ਸੰਗਰੂਰ 'ਚ, ਫਾਜ਼ਿਲਕਾ, ਬਠਿੰਡਾ ਜਾਂ ਪਟਿਆਲਾ? ਸੋ ਉਮੀਦ ਆ ਕਿ ਤੁਹਾਨੂੰ ਇਹ ਆਉਣੀ ਚਾਹੀਦੀ ਆ, ਠੀਕ ਹੈ ਜੀ। ਬਠਿੰਡਾ, ਠੀਕ ਹੈ ਜੀ, ਸਹੀ ਆਉਂਦਾ ਵਾ ਇਹ। ਨੈਕਸਟ ਚੱਲਦੇ ਹਾਂ ਜੀ। ਆਪਣਾ ਅਗਲਾ ਕੁਐਸਚਨ ਸਾਡਾ ਆ ਗਿਆ, ਇਹਨਾਂ ਦੇ ਵਿੱਚੋਂ ਕਿਹੜਾ ਫਸਟ ਮੌਨਸੂਨ ਹੁੰਦਾ ਵਾ, ਜਿਹੜਾ ਗਰਮੀਆਂ ਦੇ ਵਿੱਚ ਪਹਿਲਾ ਮੌਨਸੂਨ ਕਿੱਥੇ ਆਉਂਦਾ ਵਾ? ਦੱਸਣਾ ਜੀ ਤੁਸੀਂ। ਵੈਸਟਰਨ ਘਾਟ 'ਚ ਆਉਂਦਾ, ਈਸਟਰਨ ਘਾਟ 'ਚ ਆਉਂਦਾ, ਹਿਮਾਲਿਆ 'ਚ ਆਉਂਦਾ, ਜਾਂ ਗੰਗੈਟਿਕ ਪਲੇਨ? ਗੰਗੈਟਿਕ ਪਲੇਨ ਕਿਹਨੂੰ ਕਹਿੰਦੇ ਆ? ਗੰਗਾ ਦੇ ਮੈਦਾਨਾਂ ਨੂੰ। ਆਹ ਪੂਰਬੀ ਘਾਟ ਹੋ ਗਿਆ, ਆਹ ਪੱਛਮੀ ਘਾਟ ਹੋ ਗਿਆ, ਹਿਮਾਲਿਆ ਆ ਗਿਆ। ਦੱਸੋ ਜੀ। ਸੌਖਾ ਕੁਐਸਚਨ ਆ, ਕੋਈ ਜ਼ਿਆਦਾ ਵੱਡਾ ਉਹ ਨਹੀਂਗਾ, ਠੀਕ ਹੈ ਜੀ। ਸੋ ਇਹ ਪੱਛਮੀ ਘਾਟ, ਵੈਸਟਰਨ ਘਾਟ ਆਪਣਾ ਬਿਲਕੁਲ ਸਹੀ ਚਲਾ ਜਾਂਦਾ। ਇਹਨਾਂ ਦੇ ਵਿੱਚੋਂ ਕੌਣ ਆ ਜਿਹਨੂੰ ਕਿ ਫਾਦਰ ਆਫ ਇਕਨੋਮਿਕਸ ਪਲੈਨਿੰਗ ਕਿਹਾ ਜਾਂਦਾ ਵਾ? ਐਮ ਵਿਸ਼ਵੇਸ਼ਵਰਈਆ ਨੂੰ ਕਿਹਾ ਜਾਂਦਾ ਵਾ, ਮਹਾਤਮਾ ਗਾਂਧੀ ਨੂੰ ਕਿਹਾ ਜਾਂਦਾ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਿਹਾ ਜਾਂਦਾ, ਜਾਂ ਆਪਣੇ ਡਾਕਟਰ ਮਨਮੋਹਨ ਸਿੰਘ ਨੂੰ? ਇਹ ਕੁਐਸਚਨ ਮੋਸਟ ਐਕਸਪੈਕਟਡ ਕੁਐਸਚਨ ਆ, ਆਪਣਾ ਜੋ ਐਗਜ਼ਾਈਜ਼ ਇੰਸਪੈਕਟਰ ਦਾ ਪੇਪਰ ਹੋਊਗਾ ਉਹਦੇ ਵਿੱਚ ਆ ਸਕਦੇ ਨੇ ਇੱਦਾਂ ਦੇ ਕੁਐਸਚਨ, ਕਿਉਂਕਿ ਇਕਨੋਮਿਕਸ ਉਹਨਾਂ ਦੀ ਅਲੱਗ ਤੋਂ ਮੈਂਸ਼ਨ ਹੋਏਗੀ। ਸੋ ਬਿਲਕੁਲ ਸਹੀ ਜੀ। ਐਮ ਵਿਸ਼ਵੇਸ਼ਵਰਈਆ ਆਪਣੇ ਹੈਗੇ ਨੇ ਜਿਹੜੇ ਕਿ ਇਕਨੋਮਿਕਸ ਪਲੈਨਿੰਗ ਦੇ, ਇੰਡੀਅਨ ਇਕਨੋਮਿਕ ਪਲੈਨਿੰਗ ਦੇ ਫਾਦਰ ਕਹਿੰਦੇ ਆ। ਪਹਿਲੀ ਬੈਟਲ ਆਫ ਤਰਾਇਨ, ਮੋਸਟ ਇੰਪੋਰਟੈਂਟ ਕੁਐਸਚਨ ਆ। ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ? ਇਹ ਆਪਾਂ ਕੀਤੀ ਹੋਈ ਆ ਜੀ ਜਦੋਂ ਤੁਸੀਂ ਪੰਜਾਬ ਦਾ ਮੱਧਕਾਲੀਨ ਇਤਿਹਾਸ ਕਰੋਗੇ ਨਾ। ਸੋ ਮੈਂ MCQ ਫਾਰਮ ਦੇ ਵਿੱਚ ਵੀ ਇਹ ਕਵਰ ਕੀਤੀ ਹੋਈ ਆ, ਵੈਸੇ ਵੀ ਤੁਹਾਨੂੰ ਐਕਸਪਲੇਨ ਕਰਕੇ ਵੀ ਸਮਝਾਈ ਹੋਈ ਆ। ਇਹ ਮੈਡੀਵਲ ਹਿਸਟਰੀ ਦੇ ਵਿੱਚ ਕਵਰ ਹੁੰਦੀ ਆ। ਇੱਕ ਕਲਾਸ ਆਪਣੀ ਦੋ ਕਲਾਸਾਂ ਆਪਣੀਆਂ ਮੈਡੀਵਲ ਹਿਸਟਰੀ ਦੀਆਂ ਪੈਂਡਿੰਗ ਆ, ਫਿਰ ਵੀ ਬਟ ਇਹ ਕੁਐਸਚਨ ਆਪਣਾ ਕਵਰ ਕੀਤਾ ਹੋਇਆ ਵਾ ਮੇਰਾ, ਠੀਕ ਆ। ਸੋ 2 ਕਲਾਸਾਂ ਆਪਣੀਆਂ ਮੈਡੀਵਲ ਹਿਸਟਰੀ ਦੀਆਂ ਪੈਂਡਿੰਗ ਨੇ, 2 ਕਲਾਸਾਂ ਆਪਣੀਆਂ ਐਂਸ਼ੀਅੰਟ ਹਿਸਟਰੀ ਦੇ ਵਿੱਚ ਆਪਾਂ ਸਿੱਧੂ ਘਾਟੀ ਦੀ ਸੱਭਿਅਤਾ ਹੀ ਕਰਨੀ ਆ, ਹੋਰ ਆਪਾਂ ਕੁਛ ਨਹੀਂ ਕਰਨਾਗਾ, ਠੀਕ ਆ। ਸਿੱਧੂ ਘਾਟੀ ਦੀ ਸੱਭਿਅਤਾ ਆਪਾਂ ਕਰਾਂਗੇ, ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ 2 ਕਲਾਸਾਂ, ਤੇ ਜਿਹੜਾ ਹੋਰ ਇੰਪੋਰਟੈਂਟ ਬਣੂਗਾ ਉਹ ਕਰ ਲਾਂਗੇ। 2 ਕਲਾਸਾਂ ਆਪਾਂ ਮੈਡੀਵਲ ਚੋਂ। ਸੋ ਇਹਦੇ ਵਿੱਚੋਂ ਕੁਐਸਚਨ 1-2 ਕੁਐਸਚਨ ਆਉਂਦੇ ਹੁੰਦੇ ਨੇ, ਇੰਨੇ ਜ਼ਿਆਦਾ ਮੈਡੀਵਲ ਤੇ ਜਿਹੜੇ ਪੁਰਾਣੀ ਆਪਣੀ ਐਂਸ਼ੀਅੰਟ ਹਿਸਟਰੀ ਚੋਂ ਇੰਨੇ ਜ਼ਿਆਦਾ ਪੇਪਰ ਪੰਜਾਬ ਦੇ ਪੇਪਰ 'ਚ ਨਹੀਂ ਆਉਂਦੇਗੇ। ਪਹਿਲੀ ਤਰਾਇਨ ਦੀ ਲੜਾਈ ਜੀ 1991 ਦੇ ਵਿੱਚ ਲੜੀ ਗਈ ਸੀ। ਕਿਹਦੇ ਵਿੱਚ ਲੜੀ ਗਈ ਸੀ ਜੀ? ਜਿਹੜੀ ਪਹਿਲੀ ਲੜਾਈ ਸੀ ਨਾ, ਮੁਹੰਮਦ ਗੌਰੀ ਤੇ ਪ੍ਰਿਥਵੀ ਰਾਜ ਚੌਹਾਨ ਦੇ ਵਿੱਚ ਲੜੀ ਗਈ ਸੀ, ਠੀਕ ਆ। ਸੋ ਮੁਹੰਮਦ ਗੌਰੀ ਉਸ ਟਾਈਮ ਦੇ ਉੱਤੇ ਪ੍ਰਿਥਵੀ ਰਾਜ ਚੌਹਾਨ, ਜਿਹੜਾ ਸਮਰਾਟ ਪ੍ਰਿਥਵੀ ਰਾਜ ਚੌਹਾਨ ਸੀਗਾ ਉਸ ਟਾਈਮ ਦੇ ਉੱਤੇ ਭਾਰਤ ਦਾ, ਸੋ ਉਹਨੇ ਹਰਾ ਦਿੱਤਾ ਸੀ ਮੁਹੰਮਦ ਗੌਰੀ ਨੂੰ। ਹਰਾ ਕੇ ਆਪਣਾ ਮਤਲਬ ਉਹ ਭੱਜ ਗਿਆ ਸੀ, ਉਹ ਤੋਂ ਬਾਅਦ ਸਰੈਂਡਰ ਕਰਕੇ ਉਹਨੇ ਮਾਫੀ ਮੰਗੀ ਸੀ ਗੌਰੀ ਨੇ, ਤਾਂ ਉਸ ਤੋਂ ਬਾਅਦ ਉਹਨੂੰ ਆਪਣਾ ਮਾਫ ਕਰਤਾ ਸੀ ਸਮਰਾਟ ਨੇ ਕਿ ਜਾਓ। ਉਸ ਤੋਂ ਬਾਅਦ ਉਹਨੇ ਦੁਬਾਰੇ ਫੇਰ ਅਟੈਕ ਕੀਤਾ। ਕਦੋਂ ਅਟੈਕ ਕੀਤਾ? 1192 'ਚ, ਜਿਹਨੂੰ ਆਪਾਂ ਕੀ ਕਹਿੰਦੇ ਆ ਸੈਕਿੰਡ ਬੈਟਲ ਆਫ ਤਰਾਇਨ। ਦੂਜੀ ਤਰਾਇਨ ਦੀ ਲੜਾਈ ਹੋਈ ਜੀ 1192 ਦੇ ਵਿੱਚ। ਉਹਦੇ ਵਿੱਚ ਕੀ ਹੋਇਆ? ਉਹਦੇ ਵਿੱਚ ਗੌਰੀ ਨੇ ਆਪਣਾ ਸਮਰਾਟ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਦਿੱਤਾ ਸੀ, ਬਸ, ਠੀਕ ਆ ਜੀ। ਸੋ ਇਹ 2 ਕੁਐਸਚਨ ਤੁਹਾਡੇ ਕਵਰ ਹੋ ਗਏ। ਪੇਪਰ ਦੇ ਵਿੱਚ ਜ਼ਿਆਦਾਤਰ ਤਰਾਇਨ ਦੀ ਲੜਾਈ ਬਹੁਤ ਵਾਰ ਪੁੱਛੀ ਜਾਂਦਾ, ਇਹਨੂੰ ਡਬਲ ਸਟਾਰ ਲਾ ਲਓ, ਦੋਨੇ ਚੀਜ਼ਾਂ ਨੋਟ ਕਰ ਲਓ। ਨੈਕਸਟ ਕੁਐਸਚਨ, ਹੁਣ ਆ ਵੀ ਕੁਐਸਚਨ ਆਪਣਾ ਕੀਤਾ ਹੋਇਆ ਜੀ, ਉੱਪਰ ਵਾਲਾ ਵੀ ਆਪਣਾ ਕੀਤਾ ਹੋਇਆ ਵਾ, ਆ ਤਾਂ ਸਿੱਧਾ ਆਪਣਾ ਕੀਤਾ ਹੋਇਆ ਸੀ ਜੀ ਕੁਐਸਚਨ, ਠੀਕ ਆ ਜੀ, ਸਿੱਧਾ ਡਾਇਰੈਕਟ ਕੁਐਸਚਨ ਕੀਤਾ ਹੋਇਆ ਵਾ MCQ ਦੇ ਵਿੱਚ ਵੀ ਆਪਾਂ। ਮਹਾਤਮਾ ਗਾਂਧੀ ਕਹਿੰਦੇ ਪੱਕੇ ਤੌਰ ਤੇ ਸਾਊਥ ਅਫਰੀਕਾ ਤੋਂ ਕਦੋਂ ਆ ਗਏ ਸੀ ਭਾਰਤ? ਦੱਸੋ ਜੀ।
ਸੋ ਇਹ ਵੀ ਬਹੁਤ ਹੀ ਚੰਗੀ ਤਰ੍ਹਾਂ ਆਪਣਾ ਕੀਤਾ ਹੋਇਆ ਮਹਾਤਮਾ ਗਾਂਧੀ ਦੇ ਟੌਪਿਕ ਦੇ ਉੱਤੇ, ਠੀਕ ਆ, ਮਾਡਰਨ ਹਿਸਟਰੀ 'ਚ ਕੀਤਾ ਹੋਇਆ। 1915 ਦੇ ਵਿੱਚ ਵਾਪਸ ਆ ਗਏ ਸੀ, ਠੀਕ ਹੈ ਜੀ। ਸੋ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਵਾ, ਦੇਖਦੇ ਹਾਂ ਕਿ ਤੁਸੀਂ ਇਹ ਫੋਲੋ ਕੀਤਾ ਕਿ ਨਹੀਂ। ਮਹਾਤਮਾ ਗਾਂਧੀ ਦਾ ਪਹਿਲਾ ਅੰਦੋਲਨ ਕਿਹੜਾ ਸੀਗਾ ਜੀ, ਠੀਕ ਹੈ ਜੀ। ਇਹ ਵੀ ਕੁਐਸਚਨ ਪੇਪਰਾਂ 'ਚ ਆਇਆ ਹੋਇਆ PSSB ਤੇ। ਪੰਚਾਇਤੀ ਰਾਜ ਸਿਸਟਮ ਕੀ ਆ, ਪੋਲਿਟੀ ਦਾ ਕੁਐਸਚਨ ਆ ਗਿਆ। ਇਹਦੇ ਵਿੱਚ ਥੋੜੀ ਜਿਹੀ ਪੋਲਿਟੀ ਘੱਟ ਆਈ ਸੀਗੀ। ਜਿਹੜੇ PSSB ਕਲਰਕ ਦਾ ਪੇਪਰ ਹੋਇਆ ਸੀ ਨਾ, ਇਹਦੇ ਵਿੱਚ ਇਹਨਾਂ ਨੇ ਥੋੜਾ ਜਿਹੀ ਸਟੈਟਿਕ ਜੀ ਕੇ ਵੱਧ ਪਾਈ ਸੀ। ਬਟ ਜਿਹੜੇ ਤੁਸੀਂ ਪਿੱਛੇ ਪੇਪਰ ਦੇਖੋਗੇ ਨਾ, ਜੋ ਜੇਲ੍ਹ ਵਾਰਡਨ ਦਾ ਪੇਪਰ ਹੋਇਆ, ਉਹਦੇ ਵਿੱਚ ਤਾਂ 20 ਨੰਬਰ ਦੀ ਚਲੋ ਅਲੱਗ ਹੀ ਪੋਲਿਟੀ ਮੈਂਸ਼ਨ ਸੀਗੀ। ਉਸ ਤੋਂ ਪਹਿਲਾਂ ਜਿਹੜੇ ਬਾਕੀ ਪਟਵਾਰੀ ਦਾ ਪੇਪਰ ਹੋਇਆ ਸੀ ਜਾਂ ਐਗਜ਼ਾਈਜ਼ ਦਾ ਪਿਆ, ਉਹਦੇ ਵਿੱਚ ਥੋੜੇ ਜਿਹੇ ਪੋਲਿਟੀ ਦੇ ਕੁਐਸਚਨ ਆਏ ਹੋਏ ਸੀ। ਇਹਦੇ ਵਿੱਚ ਉਹਨਾਂ ਨੇ ਥੋੜਾ ਜਿਹਾ ਸ਼ਾਇਦ ਕਲੈਰੀਕਲ ਦੇ ਹਿਸਾਬ ਦੇ ਨਾਲ ਪੋਲਿਟੀ ਥੋੜੀ ਜਿਹੀ ਘੱਟ ਪੁੱਛ ਕੇ ਸਟੈਟਿਕ ਜੀ ਕੇ ਵੱਧ ਪੁੱਛ ਲਈ ਸੀਗੀ। ਸੋ ਬਾਕੀ ਇਹ ਨਹੀਂ ਮਤਲਬ ਕਿ ਉਹ ਪੋਲਿਟੀ ਨਹੀਂ ਆਊਗੀ। ਸਬਜੈਕਟ ਆਪਾਂ ਇਹ 4-5 ਤੱਕ ਕਰਨੇ ਹੀ ਕਰਦੇ ਹਾਂ। ਆਪਾਂ ਕਿਸੇ ਪਾਸਿਓਂ ਕੋਈ ਰਿਸਕ ਨਹੀਂ ਲੈਣੀ। ਐਗਜ਼ਾਮੀਨਰ ਚਾਹੇ ਜੋ ਮਰਜ਼ੀ ਪੁੱਛੀ ਜਾਵੇ ਸਾਨੂੰ, ਅਸੀਂ ਆਹ 4 ਤੋਂ 5 ਸਬਜੈਕਟ ਚੰਗੀ ਤਰ੍ਹਾਂ ਕਰਨੇ ਆ। ਪੰਚਾਇਤੀ ਰਾਜ ਪ੍ਰਣਾਲੀ ਡੈਸ਼ ਦੇ ਆਧਾਰ ਤੇ ਰਾਸ਼ਟਰਪਤੀ ਫਾਰਮ, ਰਾਜ ਦੇ ਮੁੱਖ ਮੰਤਰੀ ਦੇ ਨਿਰਦੇਸ਼, ਸ਼ਕਤੀ ਦਾ ਕੇਂਦਰੀਕਰਨ ਜਾਂ ਸ਼ਕਤੀ ਦਾ ਵਿਕੇਂਦਰੀਕਰਨ। ਸੋ ਪੰਚਾਇਤੀ ਰਾਜ ਟੌਪਿਕ ਅਜੇ ਆਪਣਾ ਰਹਿੰਦਾ ਵਾ, ਠੀਕ ਆ, ਹੋ ਜਾਏਗਾ ਆਪਣਾ ਕੰਪਲੀਟ। 10 ਕਲਾਸਾਂ ਪਈਆਂ ਅਜੇ ਆਪਣੀਆਂ ਪੋਲਿਟੀ ਦੀਆਂ, 20 ਹੋ ਚੁੱਕੀਆਂ ਨੇ। ਸ਼ਕਤੀਆਂ ਦਾ ਵਿਕੇਂਦਰੀਕਰਨ, ਬਿਲਕੁਲ ਸਹੀ ਜੀ। ਡੀਸੈਂਟਰਲਾਈਜੇਸ਼ਨ ਆਫ ਪਾਵਰ। ਹੁਣ ਦੇਖੋ ਜੀ, ਆਹ ਕੁਐਸਚਨ ਆ ਗਿਆ ਸਾਡੇ ਕੋਲੇ, ਕਹਿੰਦਾ ਜੀ ਇਹਨਾਂ ਦੇ ਵਿੱਚੋਂ ਕਿਹੜੀਆਂ ਸੇਵਾਵਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਈਸਟ ਟੂ ਵੈਸਟਰਨ ਪਾਰਟ ਦੇ ਵਿੱਚ ਆਪਣੀਆਂ ਕਵਰ ਹੁੰਦੀਆਂ ਨੇ। ਰਾਵੀ ਨਦੀ ਖੈਬਰ ਪਾਸ, ਬਿਆਸ ਨਦੀ ਖੈਬਰ ਪਾਸ, ਰਾਵੀ ਨਦੀ ਬੋਲਨ ਪਾਸ ਤੇ ਬਿਆਸ ਨਦੀ ਬੋਲਨ ਪਾਸ। ਸੋ ਇਹ ਕੁਐਸਚਨ ਜਿਹੜਾ ਸੀ ਨਾ, ਇਹਦੇ ਤੇ ਥੋੜੀ ਜਿਹੀ ਦਿੱਕਤ ਹੋਈ ਸੀ। ਸੋ ਇਹ ਡ੍ਰੌਪ ਕਰਤਾ ਸੀ ਕੁਐਸਚਨ, ਸਾਰਿਆਂ ਨੂੰ ਇੱਕ ਇੱਕ ਨੰਬਰ ਮਿਲਿਆ ਇਹਦਾ, ਠੀਕ ਆ। ਇਹਦਾ ਕਾਰਨ ਕੀ ਸੀਗਾ ਜੀ? ਇਹਦਾ ਕਾਰਨ ਇਹ ਆ ਕਿ ਇਹਨਾਂ ਨੇ ਥੋੜਾ ਜਿਹਾ ਇਹਦੇ ਵਿੱਚ ਗਲਤ ਇਹਨਾਂ ਨੇ ਪਾਤਾ ਸੀ। ਇਹਨਾਂ ਨੇ ਕੁਐਸਚਨ ਦੇ ਵਿੱਚ ਹੀ ਉਹ ਨਹੀਂ ਮੈਂਸ਼ਨ ਕੀਤਾ ਸੀ। ਈਸਟ ਦੇ ਵਿੱਚ ਆਪਣਾ ਸਤਲੁਜ ਨਦੀ ਸੀਗੀ। ਈਸਟ ਦੇ ਵਿੱਚ ਇਹ ਤੁਸੀਂ ਨੋਟ ਕਰ ਲਓ, ਠੀਕ ਆ, ਮੈਂ ਤੁਹਾਨੂੰ ਇੱਥੇ ਲਿਖ ਦਿੰਦਾ ਵਾ। ਈਸਟ ਦੇ ਵਿੱਚ ਸਤਲੁਜ। ਸੋ ਹੋ ਸਕਦਾ ਅੱਗੇ ਕੁਐਸਚਨ ਇਹ ਰਿਪੀਟ ਨਾ ਹੋ ਜਾਵੇ। ਈਸਟ ਦੇ ਵਿੱਚ ਸਤਲੁਜ ਤੇ ਵੈਸਟ ਦੇ ਵਿੱਚ ਕਿਹੜਾ ਸੀ? ਵੈਸਟ ਦੇ ਵਿੱਚ ਇਹੀ ਆਪਣਾ ਖਾਈਬਰ ਪਾਸ। ਲਿਖ ਲਓ ਤੁਸੀਂ ਇਹਨੂੰ, ਠੀਕ ਆ। ਜੇ ਅਲੱਗ ਤੁਹਾਡੇ ਕੋਲ ਇੱਕ ਕਾਪੀ ਦੇ ਉੱਤੇ ਲਾ ਲਓ, ਈਸਟ 'ਚ ਸਤਲੁਜ ਤੇ ਵੈਸਟ ਦੇ ਵਿੱਚ ਖਾਈਬਰ ਪਾਸ, ਠੀਕ ਆ। ਹੋ ਸਕਦਾ ਅਗਲੇ ਪੇਪਰ ਦੇ ਵਿੱਚ ਉਹ ਸਹੀ ਕਰਕੇ ਨਾ ਆਨਸਰ ਪਾ ਦੇਣ ਵੀ ਹਾਂ ਦੇਖੀਏ ਕਿਹਨੂੰ ਪਤਾ ਵਾ। ਸੋ ਨੈਕਸਟ ਆ ਗਿਆ, ਇਹ ਕੰਪਿਊਟਰ ਦੇ ਕੁਐਸਚਨ ਆ ਗਏ। ਈਸਟ ਇੰਡੀਆ ਕੰਪਨੀ ਨੇ ਅਨੈਕਸ ਕਦੋਂ ਕੀਤਾ ਸੀ ਪੰਜਾਬ ਨੂੰ? ਕੁਐਸਚਨ ਕੀਤਾ ਹੋਇਆ ਜੀ ਆਪਣਾ 1847, 48, 49 ਜਾਂ 50 'ਚ। ਅਜੇ ਪਿਛਲੀ ਕਲਾਸ 'ਚ ਹੀ ਕੀਤਾ ਪੰਜਾਬ ਜੀਕੇ ਦੀ ਆਪਾਂ। ਕਲਾਸ ਨੰਬਰ 9 ਖੋਲੋਗੇ, ਐਂਗਲੋ ਸਿੱਖ ਵਾਰ, ਉਹਦੇ ਵਿੱਚ ਆਪਣਾ ਕੀਤਾ ਹੋਇਆ ਜੀ। ਬਿਲਕੁਲ ਸਹੀ ਜੀ। 1849 ਦੇ ਵਿੱਚ ਡਲਹੌਜੀ ਨੇ ਅਨੈਕਸ ਕਰ ਲਿਆ ਸੀ, ਜਦੋਂ ਦੂਜੀ ਐਂਗਲੋ ਲੜਾਈ ਦੀ ਆਖਰੀ ਲੜਾਈ ਜਿਹੜੀ ਬੈਟਲ ਆਫ ਗੁਜਰਾਤ ਦੇ ਵਿੱਚ ਹਾਰ ਗਏ ਸੀਗੇ, ਇਹ ਆਪਣੇ ਜਿੱਤ ਗਏ ਸੀਗੇ ਇਹਨਾਂ ਨੇ, ਠੀਕ ਆ। ਸਿੱਖ ਸੈਨਾ ਉਸ ਟਾਈਮ ਦੇ ਉੱਤੇ ਹਾਰ ਗਈ ਸੀਗੀ, ਤਾਂ ਡਲਹੌਜੀ ਨੇ ਅਨੈਕਸ ਕਰ ਲਿਆ ਸੀ, ਠੀਕ ਆ ਜੀ। ਹਾਊ ਮੈਨੀ ਡਿਸਟ੍ਰਿਕਟ ਆਫ ਇਹਦੇ ਵਿੱਚ ਬਹੁਤ ਬੱਚੇ ਕਨਫਿਊਜ਼ ਹੋਏ ਸੀ, ਠੀਕ ਆ। ਅਣਵੱਡੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਨੂੰ ਦਿੱਤੇ ਗਏ ਸਨ? ਸੋ ਇਹ ਕੁਐਸਚਨ ਆਪਣਾ ਪੰਜਾਬ ਜੀਕੇ ਦੇ ਜਦੋਂ ਆਪਾਂ 1947 'ਚ ਪਹੁੰਚਾਂਗੇ ਉੱਥੇ ਆਪਣਾ ਕਵਰ ਹੋ ਜਾਊਗਾ, ਕਿਉਂਕਿ ਅਜੇ ਤਾਂ ਆਪਾਂ ਪਿੱਛੇ ਹੀ ਤੁਰੇ ਫਿਰਦੇ ਹਾਂ, 1920-25 ਤੇ ਹੀ ਤੁਰੇ ਫਿਰਦੇ ਹਾਂ ਅਜੇ ਆਪਾਂ ਫਿਲਹਾਲ। ਸੋ 1947 ਤੱਕ ਤਾਂ ਆਪਾਂ ਪਹੁੰਚੇ ਨਹੀਂ ਅਜੇ ਪੰਜਾਬ ਜੀਕੇ ਦੇ। ਸੋ ਅਣਵੰਡੇ ਪੰਜਾਬ 'ਚ ਉਹਨੇ ਪੁੱਛ ਲਿਆ ਕਿੰਨੇ ਜ਼ਿਲ੍ਹੇ ਆਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਨੂੰ ਦਿੱਤੇ ਗਏ ਸਨ? 13 ਸੀ, 14 ਸੀ, 29 ਸੀ ਜਾਂ 30 ਸੀ? ਦੱਸੋ ਜੀ। ਅਗਰ ਤੁਸੀਂ ਪਹਿਲਾਂ ਤੋਂ ਪੜ੍ਹਿਆ ਹੋਇਆ ਵਾ ਜਿਹਨੇ, ਉਹੀ ਆਨਸਰ ਕਰ ਸਕੂਗਾ। ਜਿਹੜਾ ਅਜੇ ਹੁਣੇ ਤਿਆਰੀ ਕਰਨ ਲੱਗਿਆ ਉਦੋਂ ਨਹੀਂ ਹੋਊਗਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਆਪਾਂ ਕਵਰ ਕਰਾਂਗੇ ਇਹ ਵੀ। ਸੋ ਇਹਦਾ ਬਿਲਕੁਲ ਸਹੀ ਆਨਸਰ ਬਣਦਾ ਜੀ ਇਹ 13 ਜ਼ਿਲ੍ਹੇ ਆਪਣੇ ਅਨਡਿਵਾਈਡਡ ਪੰਜਾਬ ਦੇ ਵਿੱਚ ਜਿਹੜੇ ਸੀਗੇ ਜਦੋਂ ਅਨਡਿਵਾਈਡਡ, ਸੋ ਆਪਣੇ ਆਫਟਰ ਇੰਡੀਪੈਂਡੈਂਟ, ਠੀਕ ਆ ਜੀ, ਇੰਡੀਪੈਂਡੈਂਟ, ਠੀਕ ਆ। ਅਣਵੰਡੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਜਦੋਂ ਅਣਵੰਡਿਆ ਸੀ, ਆਜ਼ਾਦੀ ਤੋਂ ਬਾਅਦ ਪੁੱਛਿਆ ਉਹਨਾਂ ਨੇ, ਠੀਕ ਆ। ਜਦੋਂ ਮਤਲਬ 1947 ਤੋਂ ਬਾਅਦ ਹੋ ਗਿਆ, 1947 ਟਾਈਮ ਉਹਨਾਂ ਨੇ ਇੱਕ ਵਾਰ ਹੀ ਐਂ ਪੁੱਛ ਲਿਆ ਵੀ ਟੋਟਲ ਕਿੰਨਿਆਂ 'ਚੋਂ ਕਿੰਨੇ ਜ਼ਿਲ੍ਹੇ ਮਿਲ ਗਏ ਸੀ। ਦੇਖੋ ਜੀ, ਉਸ ਟਾਈਮ ਦੇ ਉੱਤੇ ਕਿੰਨੇ ਜ਼ਿਲ੍ਹੇ ਸੀ? 29 ਜ਼ਿਲ੍ਹੇ ਸੀਗੇ। ਜਦੋਂ ਆਪਣੀ ਆਜ਼ਾਦੀ ਦੇ ਟਾਈਮ ਦੇ ਉੱਤੇ 29 ਜ਼ਿਲ੍ਹੇ ਸੀਗੇ। 29 ਦੇ ਵਿੱਚੋਂ ਜਿਹੜੇ ਆਪਣੇ ਇੰਡੀਆ ਦੇ ਵਿੱਚ, ਠੀਕ ਆ, ਜਿਹਨੂੰ ਕਿ ਆਪਾਂ ਈਸਟਰਨ ਪੰਜਾਬ ਕਹਿ ਦਿੰਦੇ ਆ, ਉਹਦੇ 'ਚ 13 ਜ਼ਿਲ੍ਹੇ ਆ ਗਏ ਸੀਗੇ, ਠੀਕ ਆ ਜੀ। ਬਾਕੀ ਦੇ ਜਿਹੜੇ 16 ਜ਼ਿਲ੍ਹੇ ਸੀ ਉਹ ਪਾਕਿਸਤਾਨ ਦੇ ਵਿੱਚ, ਜਿਹਨੂੰ ਕਿ ਆਪਾਂ ਵੈਸਟਰਨ ਪੰਜਾਬ ਕਹਿ ਦਿੰਦੇ ਆ, ਠੀਕ ਆ। ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਵੀ ਆਪਾਂ ਕਹਿ ਦਿੰਦੇ ਆ, ਠੀਕ ਆ। ਸੋ ਉਹਦੇ ਵਿੱਚ ਆ ਗਏ ਸੀ, ਠੀਕ ਆ। ਪੇਪਰ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਵਾ ਪੇਪਰ ਦੇ ਵਿੱਚ ਇਹ। ਸੋ ਮਜ਼ਦੂਰੀ ਲਈ ਉਹਨਾਂ ਨੇ ਕਹਿੰਦੇ ਜੀ ਜਿਹੜੇ ਪੂਰਕ ਮਜ਼ਦੂਰੀ ਰੁਜ਼ਗਾਰ ਪੈਦਾ ਕਰਨ ਲਈ ਨੈਸ਼ਨਲ ਫੂਡ ਫॉर ਵਰਕ ਪ੍ਰੋਗਰਾਮ, ਠੀਕ ਆ ਜੀ, ਇਹ ਕਦੋਂ ਸ਼ੁਰੂ ਕੀਤਾ ਗਿਆ ਸੀਗਾ? ਸੋ ਇਹ ਸਟੈਟਿਕ ਜੀਕੇ ਦਾ ਕੁਐਸਚਨ ਆ। 2004 'ਚ ਸ਼ੁਰੂ ਕੀਤਾ ਸੀ ਜੀ, ਬਿਲਕੁਲ ਸਹੀ ਜੀ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਭਾਈ ਲਾਲੋ ਦਾ ਪੇਸ਼ਾ ਕੀ ਸੀ? ਇਹ ਵਾਲਾ ਕੁਐਸਚਨ ਆ ਨਾ, ਜਿਹੜੇ ਇਦਾਂ ਦੇ ਕੁਐਸਚਨ ਹੁੰਦੇ ਨੇ, ਇਹ ਆਪਾਂ ਬਚਪਨ ਤੋਂ ਕਰਦੇ ਹੁੰਦੇ ਆ। ਬਚਪਨ ਤੋਂ ਜਦੋਂ ਆਪਾਂ ਛੋਟੇ ਹੁੰਦੇ ਪੜ੍ਹਦੇ ਵੀ ਹੁੰਦੇ ਸੀ ਨਾ, ਕਲਾਸਾਂ ਦੇ ਵਿੱਚ, ਆਪਣੀਆਂ ਛੋਟੀਆਂ ਕਲਾਸਾਂ 'ਚ 8ਵੀਂ 10ਵੀਂ ਕਲਾਸਾਂ ਦੇ ਵਿੱਚ ਸ਼ੁਰੂ ਤੋਂ ਹੀ ਆਪਾਂ ਪੜ੍ਹਦੇ ਆ ਰਹੇ ਹਾਂ। ਵੈਸੇ ਵੀ ਆਪਣਾ ਸਿੱਖ ਧਰਮ ਦਾ ਇਤਿਹਾਸ ਆ, ਇੰਨਾ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ, ਇਹਦੇ ਲਈ ਆਪਾਂ ਨੂੰ ਕੋਈ ਵਿਸ਼ੇਸ਼ ਪੜ੍ਹਨ ਦੀ ਲੋੜ ਨਹੀਂ ਹੁੰਦੀ ਗੀ। ਸੋ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਿਹੜੇ ਭਾਈ ਲਾਲੋ ਸੀ, ਉਹਨਾਂ ਦਾ ਪੇਸ਼ਾ ਕੀ ਸੀ? ਤਰਖਾਣ ਸੀ, ਉਹ ਕਾਰਪੇਂਟਰ ਸੀਗੇ, ਠੀਕ ਹੈ ਜੀ। ਸੋ ਇਹ ਕੁਐਸਚਨ ਵੀ ਆਪਣਾ ਹੋ ਗਿਆ। ਨੈਕਸਟ ਆਪਣੇ ਕੁਐਸਚਨ ਆ ਗਏ ਜੀ, ਦੇਖੋ ਜੀ, ਆਹ ਵਾਲਾ ਕੁਐਸਚਨ ਆ ਗਿਆ।
ਆ ਵੀ ਆਪਣਾ ਕਰਾਇਆ ਹੋਇਆ ਵਾ, ਠੀਕ ਆ। ਪੰਜਾਬ ਜੀਕੇ 'ਚ ਕਿੰਨੇ ਤਖਤ ਨੇ ਸਿੱਖੀਜ਼ਮ ਦੇ, ਜਿਹੜੇ ਕਿ ਪੰਜਾਬ ਵਿੱਚ ਸਿੱਖ ਧਰਮ ਦੇ ਕਿੰਨੇ ਤਖਤ ਨੇ ਪੰਜਾਬ ਦੇ ਵਿੱਚ, ਪੁੱਛ ਲਿਆ ਉਹਨਾਂ ਨੇ, ਠੀਕ ਆ। ਦੱਸੋ ਜੀ, 2 ਨੇ, 3 ਨੇ, 4 ਨੇ ਜਾਂ 5 ਨੇ? ਬਿਲਕੁਲ ਸਹੀ ਜੀ, 3 ਨੇ, ਟੋਟਲ 5 ਨੇ ਤਖਤ, ਜਿਨ੍ਹਾਂ ਦੇ ਵਿੱਚੋਂ ਕਿ 2 ਆਪਣੇ ਪੰਜਾਬ ਤੋਂ ਬਾਹਰ ਨੇ, 3 ਆਪਣੇ ਪੰਜਾਬ ਦੇ ਵਿੱਚ ਆ। ਬਾਹਰ ਕਿਹੜੇ ਕਿਹੜੇ ਨੇ ਆਪਣੇ 2? ਸੋ ਇਹ ਮੇਰੇ ਕਰਵਾਏ ਹੋਏ ਨੇ। ਇੱਕ ਤਾਂ ਹਜੂਰ ਸਾਹਿਬ ਨੰਦੇੜ, ਜਿਹੜਾ ਆਪਣਾ ਮਹਾਰਾਸ਼ਟਰ ਦੇ ਵਿੱਚ ਆ, ਸ਼੍ਰੀ ਹਜੂਰ ਸਾਹਿਬ, ਠੀਕ ਆ ਜੀ। ਦੂਸਰਾ ਆਪਣਾ ਕਿਹੜਾ ਵਾ? ਸ਼੍ਰੀ ਪਟਨਾ ਸਾਹਿਬ, ਠੀਕ ਆ ਜੀ, ਸ਼੍ਰੀ ਪਟਨਾ ਸਾਹਿਬ। ਸੋ ਇਹ ਸਾਰਾ ਮੇਰਾ ਕਰਵਾਇਆ ਵਾ। ਬਾਕੀ ਵੀ ਮੇਰੇ 5 ਜੋ ਤਖਤ ਨੇ ਆਪਣੇ ਅਕਾਲ ਤਖਤ ਸਾਹਿਬ, ਸਾਰਿਆਂ ਬਾਰੇ ਡਿਟੇਲ ਦੇ ਵਿੱਚ ਆਪਾਂ ਕੀਤਾ। ਵੈਸੇ ਤੁਹਾਨੂੰ ਪਤਾ ਹੀ ਹੋਏਗਾ, ਇਹ ਤਾਂ ਮੇਰੇ ਅਕੋਰਡਿੰਗ ਤੁਹਾਨੂੰ ਆਪ ਨੂੰ ਖੁਦ ਨੂੰ ਵੀ ਪਤਾ ਹੋਊਗਾ, ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਠੀਕ ਆ। ਸੋ ਕੁਛ ਤਾਂ ਆਪਣੇ ਕੈਂਡੀਡੇਟ ਸਿੱਖ ਧਰਮ ਦੇ ਨਾਲ ਤਾਲੁਕਾਤ ਰੱਖਦੇ ਨੇ, ਸਾਰਿਆਂ ਨੂੰ, ਆਲਮੋਸਟ ਸਾਰਿਆਂ ਨੂੰ ਹੀ ਪਤਾ ਹੋਏਗਾ ਇਹ ਤਾਂ। ਸੋ ਇਹੋ ਜਿਹੇ ਕੁਐਸਚਨ ਵੀ ਤੁਹਾਨੂੰ ਸੌਖੇ ਨੰਬਰ ਦੇ ਕੇ ਜਾਂਦੇ ਨੇ। ਹੂ ਵਾਜ਼ ਦਾ ਲਾਸਟ ਸਿੱਖ ਰੂਲਰ ਆਫ ਪੰਜਾਬ? ਪੰਜਾਬ ਦਾ ਸਿੱਖ ਰੂਲਰ ਲਾਸਟ ਕਿਹੜਾ ਸੀ ਆਖਰੀ? ਹਰੀ ਸਿੰਘ ਨਲੂਆ, ਮਹਾਰਾਜਾ ਦਲੀਪ ਸਿੰਘ ਆਫ ਲਾਹੌਰ, ਮਹਾਰਾਜਾ ਰਣਜੀਤ ਸਿੰਘ ਜਾਂ ਖੜਕ ਸਿੰਘ? ਪੇਪਰ ਦੇ ਵਿੱਚ ਆਪਣਾ ਕੁਐਸਚਨ ਕੀਤਾ ਹੋਇਆ ਜੀ, ਇਹ ਬਹੁਤ ਚੰਗੀ ਤਰ੍ਹਾਂ ਆਪਣਾ ਉਹਦੇ ਵਿੱਚ ਵੀ ਕੀਤਾ ਹੋਇਆ, ਪੰਜਾਬ ਜੀਕੇ ਦੀ ਪਿਛਲੀ ਕਲਾਸ ਦੇ ਵਿੱਚ ਹੀ 9 ਨੰਬਰ ਕਲਾਸ ਦੇ ਵਿੱਚ ਆਪਾਂ ਕਵਰ ਕੀਤਾ ਹੋਇਆ ਇਹ। ਮਹਾਰਾਜਾ ਦਲੀਪ ਸਿੰਘ ਆਖਰੀ ਜਿਹੜੇ ਸ਼ਾਸਕ ਸੀਗੇ, ਠੀਕ ਆ ਜੀ, ਪੰਜਾਬ ਦੇ। ਸੋ ਇਹ ਵੀ ਆਪਣਾ ਕਵਰ ਹੋ ਜਾਏਗਾ, ਠੀਕ ਆ ਜੀ। ਹੁਣ ਆਪਣੇ ਆਲਮੋਸਟ ਇਹ ਕੁਐਸਚਨ ਆਪਣੇ ਇੱਕ ਕੁਐਸਚਨ ਰਹਿ ਗਿਆ ਜੀ ਆਪਣਾ, ਆ ਥੋੜਾ ਜਿਹਾ ਔਖਾ ਕੁਐਸਚਨ ਕਹਿ ਸਕਦੇ ਆਪਾਂ, ਪਰ ਇਹ ਅਗਰ ਤੁਸੀਂ ਧਿਆਨ ਨਾਲ ਕਰਦੇ ਤਾਂ ਤੁਹਾਨੂੰ ਆਰਾਮ ਨਾਲ ਹੋ ਜਾਣਾ ਸੀ। ਹੇਠ ਲਿਖਿਆਂ ਵਿੱਚੋਂ ਕਿਸ ਨੇ ਫਾਜੀ ਅਤੇ ਅਬਦ ਅਲ ਕਾਦਰ ਨੂੰ ਮਹਾਭਾਰਤ ਨੂੰ ਫਾਰਸੀ ਵਿੱਚ ਅਨੁਵਾਦ ਕਰਨਾ, ਠੀਕ ਆ, ਮਹਾਭਾਰਤ ਨੂੰ ਫਾਰਸੀ ਦੇ ਵਿੱਚ ਅਨੁਵਾਦ ਕਰਨ ਦਾ ਹੁਕਮ ਦਿੱਤਾ ਸੀ? ਅਕਬਰ, ਬੀਰਬਲ, ਜਹਾਂਗੀਰ ਜਾਂ ਸ਼ੇਰਸ਼ਾਹ? ਸੋ ਇਹਦੇ ਵਿੱਚ ਅਕਬਰ ਸਹੀ ਜਾਂਦਾ, ਕਿਉਂਕਿ ਇਹਦੇ ਵਿੱਚ ਨਾ ਆਪਸ਼ਨਸ ਐਲੀਮੀਨੇਟ ਕਰਕੇ ਵੀ ਤੁਸੀਂ ਕਰ ਸਕਦੇ ਸੀਗੇ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਅਕਬਰ ਜੋ ਸੀਗਾ ਉਹ ਸਾਰੇ ਧਰਮਾਂ ਨੂੰ ਰਿਸਪੈਕਟ ਦਿੰਦਾ ਹੁੰਦਾ ਸੀਗਾ, ਠੀਕ ਆ। ਸੋ ਇਹਦੇ ਕਰਕੇ ਵੀ ਤੁਸੀਂ ਕਰ ਸਕਦੇ ਕਿ ਨਹੀਂ, ਮਹਾਭਾਰਤ ਨੂੰ ਹਿੰਦੂ ਧਰਮ ਦੇ ਕਿਸੇ ਉਹਨੂੰ ਫਾਰਸੀ ਦੇ ਵਿੱਚ ਅਨੁਵਾਦ ਕਿਉਂ ਕਰਵਾਊਗਾ ਕੋਈ ਹੋਰ? ਜਹਾਂਗੀਰ ਤਾਂ ਕਰਵਾ ਨਹੀਂ ਸਕਦਾ, ਇਹ ਤਾਂ ਵੈਸੇ ਹੀ ਕੱਟੜ ਬਹੁਤ ਸੀਗਾ, ਠੀਕ ਆ। ਸ਼ੇਰਸ਼ਾਹ ਵੀ ਨਹੀਂ ਕਰਵਾ ਸਕਦਾ ਸੀਗਾ। ਸੋ ਬੀਰਬਲ ਵੈਸੇ ਹੀ ਉਹ ਸੀ, ਬੀਰਬਲ ਤਾਂ ਵੈਸੇ ਨਹੀਂ ਕਰਵਾ ਸਕਦਾ ਸੀਗਾ। ਸੋ ਇਹਦੇ ਵਿੱਚ ਆਪਸ਼ਨਸ ਐਲੀਮੀਨੇਟ, ਥੋੜਾ ਜਿਹਾ ਇਹਦੇ ਵਿੱਚ ਕਨਫਿਊਜ਼ ਹੋਏ ਹੋਣਗੇ ਬੱਚੇ ਸ਼ੇਰਸ਼ਾਹ ਸੂਰੀ ਤੇ ਇਹਦੇ ਵਿੱਚ। ਸੋ ਅਕਬਰ ਤੁਸੀਂ ਲਾ ਸਕਦੇ ਸੀਗੇ ਆਰਾਮ ਦੇ ਨਾਲ। ਸੋ ਠੀਕ ਆ ਜੀ, ਇਹ ਵਾਲਾ ਕੁਐਸਚਨ ਆਪਣੇ ਹੋ ਗਏ ਹੋਏ ਆ। ਹੁਣ ਤੁਸੀਂ ਕੀ ਕਰਨਾ ਵਾ ਜੀ? ਸਭ ਤੋਂ ਪਹਿਲਾਂ ਕੱਲ ਨੂੰ ਆਪਾਂ ਕੀ ਕਰਨਾ, ਕੱਲ ਨੂੰ ਇਹਦਾ ਕਲਰਕ ਦਾ ਜਿਹੜੇ ਈਵਨਿੰਗ ਸ਼ਿਫਟ ਦੇ 40 ਕੁਐਸਚਨ ਕਰਾਂਗੇ। ਹੁਣ ਅੱਜ ਆਪਾਂ 40 ਕੁਐਸਚਨ ਆਲਰੇਡੀ ਕਰ ਚੁੱਕੇ ਹਾਂ ਪੰਜਾਬ ਜੀਕੇ ਤੇ ਜੀਕੇ ਦੇ ਮਿਲਾ ਕੇ। ਤਾਂ ਕੱਲ ਨੂੰ ਆਪਾਂ 40 ਕੁਐਸਚਨ ਜਿਹੜੇ ਦੂਜੀ ਸ਼ਿਫਟ ਹੋਈ ਸੀ, ਜਿਹਦੇ ਵਿੱਚ ਕਿ ਮੈਨੂੰ ਥੋੜੇ ਜਿਹੇ ਸੌਖੇ ਕੁਐਸਚਨ ਲੱਗੇ ਇਹਦੇ ਨਾਲੋਂ, ਕਿਉਂਕਿ ਉਹਦੇ ਵਿੱਚ ਸੂਫੀਜ਼ਮ ਹੈਗਾ ਸੀ, ਇਦਾਂ ਨਹੀਂ ਸੀ ਕਿ ਨਹੀਂ ਸੀ, ਪਰ ਉਹਦੇ ਵਿੱਚ ਥੋੜੇ ਜਿਹੇ ਕੁਐਸਚਨ ਵਧੀਆ ਸੌਖੇ ਲੈਵਲ ਦੇ ਆਏ ਹੋਏ ਸੀ। ਇਹਦੇ ਵਿੱਚ ਥੋੜੇ ਜਿਹੇ ਵਧੀਆ ਲੈਵਲ ਦੇ, ਜ਼ਿਆਦਾ ਔਖੇ ਨਹੀਂ ਕਹਿ ਸਕਦੇ ਆਪਾਂ ਇਹਨੂੰ, ਥੋੜੇ ਜਿਹੇ ਵਧੀਆ ਲੈਵਲ ਦੇ ਕੁਐਸਚਨ ਪਾਏ ਹੋਏ ਸੀਗੇ ਉਹਨਾਂ ਨੇ, ਜਿੱਦਾਂ ਕਿ ਸੂਫੀਜ਼ਮ ਦੇ ਕੁਐਸਚਨ ਜ਼ਿਆਦਾ ਸੀ ਉਹਦੇ ਵਿੱਚ ਵੀ ਸੀ। ਉਹਦੇ ਵਿੱਚ ਹੋਰ ਤਰੀਕੇ ਦਾ, ਜਦੋਂ ਆਪਾਂ ਕੱਲ ਨੂੰ ਕਰਾਂਗੇ ਤੁਸੀਂ ਖੁਦ ਦੇਖ ਸਕੋਗੇ, ਉਹ ਪੇਪਰ ਥੋੜਾ ਜਿਹਾ ਸੌਖਾ ਲੱਗ ਰਿਹਾ ਸੀ ਦੇਖਣ ਨੂੰ। ਤੋ ਠੀਕ ਆ ਜੀ, ਆਪਣਾ ਇਹ ਹੋ ਗਿਆ ਹੋਇਆ ਵਾ 40 ਕੁਐਸਚਨ ਆਪਾਂ ਕੱਲ੍ਹ ਨੂੰ ਕਰਾਂਗੇ ਕਲਰਕ ਦਾ ਦੂਜਾ ਪਾਰਟ। ਤੋਂ ਬਾਕੀ ਤੁਸੀਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ, ਠੀਕ ਆ ਜੀ। ਸੋ ਲਾਈਕ ਕਰੋ ਵੀਡੀਓ ਨੂੰ, ਸ਼ੇਅਰ ਕਰੋ ਜੇ ਤੁਹਾਨੂੰ ਹੈਲਪ ਮਿਲ ਰਹੀ ਹੈ। ਇਹਨੂੰ ਮੌਕ ਟੈਸਟ 1 ਜੋ ਲੈਣਾ ਵਾ ਤੁਸੀਂ, ਠੀਕ ਆ ਜੀ। ਸੋ ਮਿਲਦੇ ਆ ਜੀ ਹੁਣ ਆਪਾਂ ਆਪਣੀ ਅਗਲੀ ਕਲਾਸ ਲਈ। ਤੇ ਆਪਣੀ ਜਿਹੜੀਆਂ ਥਿਊਰੀ ਦੀਆਂ ਕਲਾਸਾਂ ਪਲੀਜ਼ ਤੁਸੀਂ ਜ਼ਰੂਰ ਦੇਖਿਆ ਕਰੋ, ਤੁਸੀਂ ਉਹਨੂੰ ਦੇਖ ਨਹੀਂ ਰਹੇਗੇ। ਮੈਂ ਟੈਲੀਗ੍ਰਾਮ ਦੇ ਉੱਤੇ PDF ਸ਼ੇਅਰ ਕਰਦਾ ਵਾਂ, ਤੁਸੀਂ ਸਿਰਫ PDF ਰੀਡ ਕਰਦੇ ਹੋ। ਬਾਅਦ 'ਚ ਜਦੋਂ ਮੈਂ ਟੈਲੀਗ੍ਰਾਮ ਦੇ ਉੱਤੇ ਕੁਇਜ਼ ਪਾਉਂਦਾ ਵਾਂ ਤਾਂ ਉਸੇ ਟੌਪਿਕ ਦੇ ਤੁਸੀਂ ਆਨਸਰ ਗਲਤ ਕਰ ਰਹੇ ਹੋ, ਠੀਕ ਆ ਜੀ। ਤੁਸੀਂ ਪਲੀਜ਼ ਇੱਕ ਵਾਰੀ ਵੀਡੀਓ ਦੇਖੋ, ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਨਾਲ ਦੀ ਨਾਲ ਮੈਂ ਦੱਸ ਵੀ ਰਿਹਾ, ਮੈਂ ਪੜ੍ਹਾ ਵੀ ਰਹੇ ਹਾਂ, ਤੇ ਨਾਲ ਦੀ ਨਾਲ ਮੈਂ ਦੱਸ ਵੀ ਰਿਹਾ ਵਾਂ ਕਿ ਇਹ ਕੁਐਸਚਨ ਐਕਸਪੈਕਟਡ ਆ, ਇਹਨੂੰ ਚੰਗੀ ਤਰ੍ਹਾਂ ਕਰ ਲਓ, ਤੁਹਾਨੂੰ ਬਹੁਤ ਹੈਲਪ ਮਿਲੇਗੀ। ਇੱਕ ਵਾਰੀ ਕਰਕੇ ਦੇਖੋ, ਜੇ ਤੁਹਾਨੂੰ ਨਹੀਂ ਹੈਲਪ ਮਿਲੇਗੀ ਤਾਂ ਤੁਸੀਂ ਆਰਾਮ ਦੇ ਨਾਲ ਆਪਦੀ ਇਕੱਲੀ, ਆਪਾਂ PDF ਦੇ ਹੀ ਰਹੇ ਹਾਂ, ਤੁਸੀਂ ਇਕੱਲੀ PDF ਤੋਂ ਵੀ ਪੜ੍ਹ ਸਕਦੇ ਹਾਂ, ਠੀਕ ਹੈ ਜੀ। ਸੋ ਠੀਕ ਹੈ ਜੀ, ਧੰਨਵਾਦ ਜੀ, ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।